ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾ ਕੈ, ਜਾ ਕਾ ਸਤਿਗੁਰ ਪੂਰਾ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੈ ਹੇਤ। ਪੁਰਜਾ ਪੁਰਜਾ ਕਟ ਮਾਰੈ, ਕਬਹੁ ਨਾ ਛਾਡੈ ਖੇਤ। ਮਰਣਾ ਮੁਨਸਾਂ ਸੂਰਿਆਂ ਹੱਕ ਹੈ, ਜੇ ਹੋਏ ਮਰਨ ਪਰਵਾਣੋ। ਮਰਣਾ ਮੁਨਸਾਂ ਸੂਰਿਆਂ ਹੱਕ ਹੈ, ਜੇ ਹੋਏ ਮਰਨ ਪਰਵਾਣੋ। ਜੁਗੋ ਜੁਗ ਅਟਲ ਚਵਰ ਛਤਰ ਤਖਤ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ। ਗੁਰਤਾ ਗੱਦੀ ਤੇ ਸੁਭਾਏਮਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਮੁਕੱਦਸ ਨਿਗੜੀ ਗੋਦ ਦਾ ਆਨੰਦ ਮਾਣ ਰਹੇ ਪਰਮ ਸਨਮਾਨਯੋਗ ਸਤ ਸੰਗੀ ਜਨੋ। ਸਤਿਗੁਰੂ ਜੀ ਦੀ ਅਪਾਰ ਅਪਾਰ ਕਿਰਪਾ ਦੇ ਸਦਕਾ ਸੰਧਿਆ ਦੇ ਸਜੇ ਹੋਏ ਵਿਸ਼ੇਸ਼ ਦੀਵਾਨਾਂ ਵਿੱਚ ਕੱਲ ਰੋਜ਼ ਤੋਂ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਅਤੇ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੀ ਹਾਜ਼ਰੀ ਭਰ ਰਹੇ ਪਰਮ ਸਨਮਾਨਯੋਗ ਸਤ ਸੰਗੀ ਜਨੋ। ਸਤਿਗੁਰੂ ਦੀ ਰਹਿਮਤ ਹੋਈ ਹੈ। ਦਾਸਰੇ ਤੋਂ ਪਹਿਲਾਂ ਆਪ ਸਮੂਹ ਸੰਗਤ ਨੇ ਨਗਰ ਦੇ ਬੱਚਿਆਂ ਅਤੇ ਭੈਣ ਜੀਆਂ ਪਾਸੋਂ ਗੁਰਬਾਣੀ ਦਾ ਇਲਾਹੀ ਕੀਰਤਨ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਓ ਕੁਝ ਸਮਾਂ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਇਲਾਹੀ ਗੁਰਬਾਣੀ ਤੇ ਇਤਿਹਾਸ ਦੀ ਵਿਚਾਰ ਦੇ ਨਾਲ ਸਾਂਝ ਪਾਈਏ ਜੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ
गुरु बख्शी फतेह प्रवान करो जी, कोई रसना वांझी ना रहे, सारे गज के बुलाओ फतेह। वाहिगुरु जी का खालसा, वाहिगुरु जी की फतेह। सतगुरां दी पावन पवित्र हजूरी विच बैठ कल दे दीवाना विच असी वड्डे साहिबजादे बाबा अजीत सिंह, बाबा जुझार सिंह ਅਤੇ ਚਮਕੌਰ ਦੀ ਗੜੀ ਦੇ ਹੋਏ ਯੁੱਧ ਦਾ ਵਰਣਨ ਜਿਹੜਾ ਸੀ ਉਹ ਕੱਲ ਦੇ ਦੀਵਾਨਾਂ ਵਿੱਚ ਕੀਤਾ ਸੀ। ਕਿਵੇਂ ਸਤਿਗੁਰੂ ਜੀ ਨੇ ਆਪਣੇ ਜੀਵਨ ਨੂੰ ਰਤਦਿਆਂ ਹੋਇਆਂ ਪਰਮਾਤਮਾ ਰੱਬੀ ਭਾਣੇ ਵਿੱਚ ਰਹਿੰਦਿਆਂ ਮਾਲਕ ਜੀ ਦੇ ਹੁਕਮ ਦੇ ਅੰਦਰ ਆਪਣੇ ਨੇਤਰਾਂ ਸਾਹਮਣੇ 2 ਪੁੱਤਰਾਂ ਨੂੰ ਸ਼ਹੀਦ ਕਰਵਾਇਆ ਤੇ ਫਿਰ ਵੀ ਅੱਖ ਵਿੱਚੋਂ ਇੱਕ ਵੀ ਅਥਰੂ ਨਹੀਂ ਘੇਰਿਆ, ਸਗੋਂ ਸਾਨੂੰ ਸਭਨਾਂ ਨੂੰ ਆਪਣੇ ਪੁੱਤਰ ਬਣਾਉਂਦਿਆਂ ਹੋਇਆਂ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਤੇ ਇੱਕ ਵੀ ਕੱਪੜਾ ਨਹੀਂ ਪੈਣ ਦਿੱਤਾ। ਤੇ ਸਾਧ ਸੰਗਤ ਸਾਡੇ ਜੀਵਨ ਨੂੰ ਉੱਚਾ ਚੁੱਕਿਆ। ਇਸ ਚਮਕੌਰ ਦੀ ਗੜੀ ਵਿੱਚੋਂ ਹੀ ਇੱਕ ਆਜ਼ਾਦੀ ਦਾ ਸੰਕਲਪ ਬੰਧਿਆ ਗਿਆ। ਮਾਨੋ ਸਿੱਖ ਰਾਜ ਦੀ ਜਿਹੜੀ ਨੀਂਹ ਸੀ ਇਸ ਚਮਕੌਰ ਦੀ ਕੱਚੀ ਗੜੀ ਵਿੱਚ ਰੱਖੀ ਗਈ। ਤੇ ਸਾਧ ਸੰਗਤ ਅੱਜ ਅਸੀਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਜੋ ਪਰਿਵਾਰ ਦਾ ਤੀਜਾ ਹਿੱਸਾ ਹੈ ਵਿਛੋੜੇ ਦਾ, ਉਹਨਾਂ ਦੇ ਇਤਿਹਾਸ ਦੇ ਨਾਲ ਜੁੜਨਾ ਹੈ। ਜਦੋਂ ਅਸੀਂ ਵੇਖਦੇ ਹਾਂ, ਪਰਖਦੇ ਹਾਂ, 3 ਹਿੱਸਿਆਂ ਵਿੱਚ ਜਿਹੜਾ ਪਰਿਵਾਰ ਵੰਡਿਆ ਗਿਆ ਇਹ ਉਸ ਦਾ ਸਭ ਤੋਂ ਛੋਟਾ ਹਿੱਸਾ ਹੈ, ਕਿਉਂਕਿ ਇਸ ਵਿੱਚ 3 ਸਰੀਰ ਨੇ। ਇੱਕ 85 ਸਾਲਾਂ ਦੀ ਮਾਂ ਗੁਜਰ ਕੌਰ ਹੈ ਅਤੇ 7 ਤੇ 9 ਸਾਲਾਂ ਦੀਆਂ ਨਿੱਕੀਆਂ ਜਿੰਦਾਂ ਦੇ ਰੂਪ ਵਿੱਚ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਹਨ। ਸਰਸੇ ਦੇ ਕਿਨਾਰੇ ਤੋਂ ਅੰਮ੍ਰਿਤ ਵੇਲੇ ਉਪਰੰਤ ਸਤਿਗੁਰੂ ਨੇ ਜਦੋਂ ਸਰਸਾ ਪਾਰ ਕਰਨ ਦਾ ਫੈਸਲਾ ਕੀਤਾ ਤੇ 3 ਹਿੱਸਿਆਂ ਵਿੱਚ ਪਰਿਵਾਰ ਵੰਡਿਆ ਗਿਆ। ਇਹ ਤੀਜਾ ਹਿੱਸਾ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਸਰਸੇ ਦੇ ਕਿਨਾਰੇ ਕਿਨਾਰੇ ਚੱਲ ਪਏ, ਸਰਸਾ ਪਾਰ ਨਹੀਂ ਕੀਤਾ। ਕਿਨਾਰੇ ਕਿਨਾਰੇ ਜਦੋਂ ਚੱਲੀਏ ਤੇ ਸਾਧ ਸੰਗਤ 7 ਕਿਲੋਮੀਟਰ ਦਾ ਪਿੰਡ ਹੈ। ਜਦੋਂ ਸ਼ਾਮ ਦਾ ਵੇਲਾ ਹੋਇਆ ਤੇ ਸਾਹਮਣੇ ਇੱਕ ਦੀਵਾ ਬਲਦਾ ਨਜ਼ਰੀ ਆਇਆ। ਮਾਤਾ ਗੁਜਰ ਕੌਰ ਜੀ ਆਪਣੇ ਪੋਤਰਿਆਂ ਨੂੰ ਲੈ ਕਰਕੇ ਉਸ ਬਲਦੇ ਹੋਏ ਦੀਵੇ ਦੀ ਸੇਧ ਵਿੱਚ ਅੱਗੇ ਜਾਂਦੇ ਨੇ। ਅੱਗੇ ਇੱਕ ਛੰਨ ਦਿਖਾਈ ਦਿੰਦੀ ਹੈ ਤੇ ਉਹ ਛੰਨ ਵਿੱਚ ਰਹਿਣ ਵਾਲਾ ਕੋਈ ਹੋਰ ਨਹੀਂ, ਕੁੰਮਾ ਮਾਸ਼ਕੀ ਹੈ, ਜਿਹੜਾ ਸਾਧ ਸੰਗਤ ਬੇੜਾ ਪਾ ਕੇ ਆਉਣ ਜਾਣ ਵਾਲੇ ਯਾਤਰੂ ਨੂੰ ਸਰਸਾ ਤੇ ਦਰਿਆ ਪਾਰ ਕਰਵਾਉਂਦਾ ਸੀ। ਇਹਦੀ ਨਿਤ ਦੀ ਕਿਰਿਆ ਸੀ। ਇਹਦਾ ਨਗਰ ਸੀ ਅਵਾਨਕੋਟ, ਪਰਿਵਾਰ ਵਿਛੋੜੇ ਦੇ ਨੇੜੇ। ਉਹ ਨਗਰ ਸੀ ਬਹੁਤ ਵੱਡਾ, 36 ਬਰਾਦਰੀਆਂ ਉਸ ਨਗਰ ਵਿੱਚ ਰਹਿੰਦੀਆਂ ਸੀ। ਬਹੁਤ ਵੱਡਾ ਵਪਾਰ ਦਾ ਕੇਂਦਰ ਸੀ ਅਵਾਨਕੋਟ। ਸਮੇਂ ਨਾਲ ਦਰਿਆ ਵਿੱਚ ਆਏ ਹੜ੍ਹ ਕਰਕੇ ਇਹ 3 ਥਾਵਾਂ ਤੋਂ ਉੱਜੜ ਕੇ ਵਸਿਆ ਹੋਇਆ ਹੈ। ਨਗਰ ਤਾਂ ਅੱਜ ਵੀ ਹੈ, ਪਰ ਜਿਹੜੀ ਪੁਰਾਤਨ ਥਾਂ ਸੀ ਉੱਥੇ ਨਗਰ ਨਹੀਂ। ਸਾਧ ਸੰਗਤ 2.5 ਕਿਲੋਮੀਟਰ ਦਾ ਉਹ ਪਿੰਡ ਹੈ ਜਿੱਥੋਂ ਦੂਰ ਆਪਣੇ ਨਗਰ ਤੋਂ ਕੁੰਮਾ ਆਪਣੀ ਛੰਨ ਵਿੱਚ ਰਹਿੰਦਾ ਹੈ। ਆਏ ਗਏ ਨੂੰ ਦੇਰ ਰਾਤ ਤੱਕ
ਆਪਣੀ ਕਿਰਤ ਕਮਾਈ ਕਰਕੇ ਦਰਿਆ ਸਰਸਾ ਪਾਰ ਕਰਾਉਣ ਦਾ ਕੰਮ ਕਰਦਾ ਹੈ। ਜਦੋਂ ਮਾਤਾ ਗੁਜਰ ਕੌਰ ਜੀ ਇਹਦੀ ਛੰਨ ਦੇ ਨੇੜੇ ਜਾਂਦੇ ਨੇ, ਆਵਾਜ਼ ਦਿੰਦੇ ਨੇ, ਤੇ ਦੀਵਾ ਚੁੱਕ ਕੇ ਉਹ ਕੁੰਮਾ ਜਦੋਂ ਬਾਹਰ ਆਉਂਦਾ ਹੈ, ਕਿਉਂਕਿ ਪੋਹ ਦੀਆਂ ਲੰਬੀਆਂ ਤੇ ਠੰਡੀਆਂ ਰਾਤਾਂ, ਉਦੋਂ ਉਹ ਵੇਖਦਾ ਇਹ ਮਾਂ ਕੋਈ ਹੋਰ ਨਹੀਂ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਤਨੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਾਂ ਹੈ। ਕੁੰਮੇ ਨੇ ਇੱਕਦਮ ਬੜੇ ਪਿਆਰ ਨਾਲ ਪੁੱਛਿਆ, ਮਾਤਾ ਜੀ, ਆਨੰਦਪੁਰ ਦੇ ਮਾਲਕਾਂ ਨੂੰ ਅੱਜ ਕਿਹੜੀ ਭੀੜ ਪਈ ਕਿ ਇੰਨੀ ਰਾਤ ਗਏ, ਤੁਸੀਂ ਛੋਟੇ ਛੋਟੇ ਬੱਚਿਆਂ ਨਾਲ ਇਸ ਰਾਹ ਤੇ ਤੁਰੇ? ਤੇ ਮਾਤਾ ਗੁਜਰ ਕੌਰ ਜੀ ਨੇ ਇੱਕ ਜਵਾਬ ਦਿੱਤਾ ਸੀ, ਕਹਿਣ ਲੱਗੇ, ਪੁੱਤਰ, ਭੀੜ ਪਈ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਸਮੂਹ ਸਿੰਘ ਸਰਸਾ ਪਾਰ ਕਰ ਗਏ ਨੇ, ਸਾਤੋਂ ਵਿਛੜ ਗਏ ਨੇ, ਇੱਕ ਰਾਤ ਤੋਂ ਇਸ ਛੰਨ ਵਿੱਚ ਸਾਨੂੰ ਕਟਾ। ਧੰਨ ਹੈ ਉਹ ਕੁੰਮਾ ਮਾਸ਼ਕੀ ਜਿਹਨੇ ਆਪਣੀ ਛੰਨ ਵਿੱਚ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਰਾਤ ਕਟਵਾਈ, ਤੇ ਉਸੇ ਅਵਾਨਕੋਟ ਦੀ ਰਹਿਣ ਵਾਲੀ ਪਰਉਪਕਾਰੀ ਜੀਵਨ ਜੀਣ ਵਾਲੀ ਮਾਈ ਲక్ష్ਮੀ ਉਹਦੇ ਘਰੇ ਜਾਂਦਾ, ਸਾਰੀ ਗੱਲ ਦੱਸਦਾ, ਤੇ ਮਾਈ ਲక్ష్ਮੀ ਖਾਣ ਪੀਣ ਦਾ ਇੰਤਜ਼ਾਮ ਕਰਕੇ ਕੁੰਮਾ ਮਾਸ਼ਕੀ ਜੀ ਦੀ ਛੰਨ ਤੱਕ ਪਹੁੰਚਾਉਂਦੀ। ਇਹ ਦੋ ਸਰੀਰਾਂ ਨੇ ਗੁਰੂ ਕੇ ਲਾਲਾਂ ਤੇ ਮਾਤਾ ਜੀ ਦੀ ਬੜੀ ਸੇਵਾ ਕੀਤੀ। ਸਵੇਰ ਹੁੰਦਿਆਂ ਸਾਰ ਕੁੰਮਾ ਜੀ ਅਤੇ ਮਾਈ ਲక్ష్ਮੀ ਬੇੜੇ ਵਿੱਚ ਬਿਠਾ ਕੇ ਮਾਂ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਸਾ ਤੇ ਦਰਿਆ ਪਾਰ ਕਰਵਾ ਕੇ ਸਾਧ ਸੰਗਤ ਜੀ ਜਿੱਥੇ ਅੱਜ ਗੁਰਦੁਆਰਾ ਪਿਲਕਣ ਸਾਹਿਬ ਹੈ, ਇੱਥੋਂ ਤੱਕ ਅੱਗੇ ਛੱਡ ਕੇ ਜਾਂਦੇ ਨੇ। ਅੱਗੋਂ ਸਹੇਲੀ ਤੋਂ ਤੁਰਿਆ ਗੰਗੂ ਮਿਲਦਾ ਹੈ। ਮੈਂ ਇੱਕ ਗੱਲ ਆਪ ਜੀ ਨਾਲ ਸਾਂਝੀ ਕਰਾਂ, ਜਦੋਂ ਗੰਗੂ ਆਪਣੇ ਘਰ ਤੋਂ ਤੁਰਿਆ ਹੋਏਗਾ, ਉਦੋਂ ਸਾਧ ਸੰਗਤ ਇਹ ਸੋਚ ਕੇ ਤੁਰਿਆ ਵੀ ਗੁਰੂ ਤੇ ਭੀੜ ਪਈ ਹੈ, ਮੈਂ ਕੁਝ ਨਾ ਕੁਝ ਕਿਸੇ ਢੰਗ ਨਾਲ ਮਦਦ ਕਰ ਸਕਾਂ, ਇਸ ਲਈ ਤੁਰਿਆ। ਉਦੋਂ ਲਾਲਚ ਨਹੀਂ ਸੀ ਕਿ ਮੈਂ ਗੁਰੂ ਨੂੰ ਲੁੱਟਣ ਚੱਲਿਆ ਜਾਂ ਧਨ ਲਈ ਤੁਰਿਆ ਹੋਏਗਾ। ਉਦੋਂ ਤੁਰਿਆ ਤਾਂ ਗੁਰੂ ਦੀ ਸੇਵਾ ਲਈ ਸੀ, ਮਦਦ ਲਈ ਸੀ। ਪਰ ਸਾਧ ਸੰਗਤ ਇੱਕ ਗੱਲ ਚੇਤੇ ਰੱਖਿਓ, ਭਾਵੇਂ ਬੰਦਾ ਜਿੰਨਾ ਮਰਜੀ ਮਦਦਗਾਰ ਲਈ ਆਉਂਦਾ ਹੋਵੇ, ਭਾਵੇਂ ਜਿੱਡਾ ਮਰਜੀ ਧਰਮੀ ਹੋਵੇ, ਜੇ ਅੰਦਰ ਲਾਲਚ ਆ ਜਾਏ, ਬੰਦੇ ਦਾ ਡੋਲਣ ਦਾ ਨਹੀਂ ਪਤਾ ਲੱਗਦਾ ਕਦੋਂ ਡੋਲ ਜਾਏ। ਸਾਧ ਸੰਗਤ ਜਦੋਂ ਇਹ ਪਿਲਕਣ ਕੋਲ ਗੰਗੂ ਮਿਲਦਾ ਹੈ, ਮਾਈ ਲక్ష్ਮੀ ਤੇ ਕੁੰਮਾ ਜੀ ਨੂੰ ਮਾਤਾ ਜੀ ਥੈਲੀ ਵਿੱਚੋਂ ਕੁਝ ਮੋਹਰਾਂ ਕੱਢ ਕੇ ਦਿੰਦੇ ਕਿ ਤੁਹਾਡੇ ਕੰਮ ਆਉਣਗੀਆਂ, ਤੁਸੀਂ ਇਹਨਾਂ ਵਿਖੜੇ ਪਿੰਡਾਂ ਵਿੱਚ ਸਾਡੀ ਮਦਦ ਕੀਤੀ। ਉਸੇ ਵੇਲੇ ਗੰਗੂ ਨੇ ਵੀ ਥੈਲੀ ਤੱਕੀ, ਇੱਕਦਮ ਮਨ ਜਿਹੜਾ ਸੀ ਉਹ ਭਟਕਿਆ, ਮਨ ਲਾਲਚੀ ਹੋਇਆ ਕਿ ਜੇ ਇੱਕ ਥੈਲੀ ਹੈ ਸ਼ਾਇਦ ਹੋਰ ਵੀ ਹੋਵੇ, ਧਨ ਬੜਾ ਹੈ ਮਾਤਾ ਕੋਲ, ਤੇ ਹਕੂਮਤ ਇਹਨਾਂ ਦੇ ਪਿੱਛੇ ਪਈ ਹੈ, ਕਿਉਂ ਨਾ ਇਹ ਧਨ ਮੈਨੂੰ ਮਿਲ ਜਾਏ। ਮਨ ਦੇ ਲਾਲਚ ਨੇ ਗੰਗੂ ਨੂੰ ਪਾਪੀ ਬਣਾ ਦਿੱਤਾ। ਅੱਜ ਜਦੋਂ ਤੁਸੀਂ ਬਾਣੀ ਪੜ੍ਹੋ ਨਾ, ਸਤਿਗੁਰੂ ਦੀ ਬਾਣੀ ਕਹਿੰਦੀ ਮਾਇਆ ਦੀ ਮਮਤਾ ਹੈ ਹੀ ਇਹੋ ਜਿਹੀ, ਮਾਇਆ ਮਮਤਾ ਮੋਹਣੀ, ਜਿਨ ਵਿੜ ਦੰਤਾ ਜਗ ਖਾਇਆ। ਤੇ ਖਾਧਾ ਕੌਣ ਜਾਂਦਾ? ਮਨਮੁਖ ਖਾਧੇ, ਗੁਰਮੁਖ ਉਪਰੇ ਜਿਨੀ ਸੱਚ ਨਾਮ ਚਿਤ ਲਾਇਆ। ਮਨਮੁਖ ਬੰਦਾ ਮਾਇਆ ਦਾ ਖਾਧਾ ਜਾਂਦਾ ਹੈ, ਜਿਹੜਾ ਗੁਰਮੁਖ ਹੈ ਉਹ ਬਚ ਜਾਂਦਾ ਹੈ, ਕਿਉਂਕਿ ਉਹਦੇ ਕੋਲ ਨਾਮ ਹੈ। ਤੇ ਸਾਧ ਸੰਗਤ ਗੰਗੂ ਮਮਤਾ ਵਿੱਚ ਮੋਹਿਆ ਮਾਇਆ। ਬਾਣੀ ਗੁਰੂ ਅਮਰਦਾਸ ਜੀ ਕਹਿੰਦੇ ਨੇ, ਮਾਇਆ ਹੋਏ ਲਾਗਣੀ ਜਗਤ ਰਹੀ ਲਵਟਾਈ।
इसकी सेवा जो करे तिस ही नूं फिर खाए। माया दे विच मनुख जदों अंधा हो जाता है ते माया जिथे लागणी जिन्हों ये आप प्राप्त करने की दौड़ भज करता है, एक दिन आउंदा है उही माया इनू भी खांदी है। ऐसा गंगू नाल होना है, क्योंकि लालच वस होया वो सीधे राह अपने नगर नहीं लेके गया। कई राह उन्हें बदले, रोपड़ भी छड्डिया ते वख-वख पड़ाव करदा। नगर तो बाहर एक थां ते माता गुजर कौर ते छोटे साहिबजादियां नूं एक झिड़ी वाली थां ते छड्ड जांदा ते आप ये कह के जाते भी माता जी बाहर हुकूमत फिरदी है लभदी, मैं जाके एक बार पूरा नगर वेख आउंदा, शाम होई ते तुहानूं अपने घरे ले जावांगा। हुण जिथे माता गुजर कौर ते छोटे साहिबजादियां नूं ठहराया उत्थे एक फकीर की थां सी। जदों शाम पई ते फकीर आया, उन्हें माता जी दे दर्शन कीते। वो हाथ जोड़ पुछदा, माता जी धन गुरु तेग बहादुर पातशाह जी दे महल तुसी अज इधर किधर छोटे छोटे बच्चियां नाल ते गुरु के माता जी दे मुख तो वचन सन, असी इस पासे एवें ही आए। याद रखियो माता दे उन्हां बोलां करके ही एवें साहब जिहड़ा नाम है वो गुरु घर दा पिया। उत्थों वो सहेड़ी लेके गया गंगू। शाम का वेला साध संगत बिस्तर दिता, मंजा दिता आराम लई, पर मन का लालच उन्होंने इस पासे तोरी फिरदा है कि मैं कदों ये सौण ते कदों मैं इन्हां दे कोलों धन वाली थैली चुक लवां मोहरां वाली, क्योंकि मन तो उत्थे टिकिया होया है ना, मन तो लालच वस है। ते मेरे सतगुरु ते माता गुजर कौर जी जेड़े इड्डे लंबा पैंडा तय करके आए ने, उम्र 85 सालां दी है, नाल पोतरियां नूं सज्जे खब्बे लेके पलंग ते आराम करते पए ने, पर नींद किथे? नींद नहीं सी। अद्धी रात होई ते गंगू आया, मोहरां दी थैली चुक के निकलदा है। माता गुजर कौर जी वेखदे ने, आवाज दे के कहंदे ने, गंगू जे लोड़ सी चाहिदे ने ते तू मंग लैंदा, मैं तेनू कदे ना करदी, तू भी मेरे पुत्रा वर्गा है, जे मंग लैंदा मैं ना करदी, पर यह चुकना बड़ा गलत है। हुण वेखो गंगू कला इत्थे नहीं रुके, तुसी याद रखियो गंगू दा लालच जिहड़ा सी वो वधदा जा रहा सी। उहदे मन विच सी थैली मोहरां दी भी मिल जाए जिहड़ी उहने चुकी है, ते नाल ही नाल उहदे मन दा लालच ये भी कह रहा सी कि जे मैं मरंडे दे थाने च शिकायत कर दियां ते एक तां मेरी चोरी छुप जानी है, दूजा जे मैं गुरु के लाला ते गुरु के माता जी नूं मरंडे पकड़ा दियां हुकूमत कोल, ते हुकूमत ने भी खुश होकर मैनूं इनाम दे देना। वो दोने लालचां च फसे। पर ध्यान करियो यही माया एक दिन उहदी मौत का कारण भी बनदी। यही माया, क्योंकि जेड़े माया के भोग है ना, माया की खिच है। गुरु अर्जन देव पातशाह कहते ने, खिल में कौले होए गए जितले माया भोग, ते पुत्र जिस दिन रिजल्ट निकलता है बिच ना कोई कर सके, किस दिन रोवे रोज, बिच दा अर्थ होंदा है विचोला। उस दिन किसे विचोला नहीं बनना, उस दिन कोई संगी साथी नहीं, उस दिन तेरा कोई बेली नहीं। ते मेरे सतगुरु दे लाला नूं ते माता गुजर कौर जी नूं मरंडे दे थाने च शिकायत करके साध संगत गंगू पकड़ाउण दा काम करदा है। हुण एक पासे कुम्मे वर्गे ने जेड़े उन्हां दी मदद करके रात ठहराउंदे ने, ते एक पासे
पासे गंगू वर्गे जेड़े अपने नगर दे विचों गुरु के लाला नूं अखेड़ के मरंडे दे थाने विच पहुंचाउंदे। इहो कारण सी कि जदों भी सिख सहेड़ी तो निकलदा सी ना, ਉਹ 3 ਵਾਰ एक शब्द कहता हुंदा सी भी सहेड़ी उखेड़ी, सहेड़ी उखेड़ी, सहेड़ी उखेड़ी। हे सहेड़िए तू सहेड़िया नहीं है, तू उखेड़े है। इथों बच्चियां ते माता गुजर कौर जी नूं उखेड़ के मरंडे दे थाने तक पहुंचाया। गंगू दा तां काम सी भी इन्ना चिर आनंदपुर रहा सी, गुरु घर बारे जानदा सी, पर लालच ने उन्होंने इन्ना कंधा कर दिता, माया विच पिया सब कुछ परोपकार भुल गया। माया धारी अत अन्ना बोला, शब्द न सुनी बहु रोल घचोला। फिर उन्होंने चंगा जीवन का वो कीता होया परोपकार भी भुल गए। वो ये भी भुल गया कि जिन्होंने मैं पकड़ाउण लगे हाँ, उन्होंने पति ते उन्हां बच्चियां दे दादे ने कदे मेरे तिलक जंजू लई शहादत भी दिती होई। कोई चीज़ां भुल चुके ते कर की रहे है, पाप कमा रहे हैं। अज भी जदों असी चेते करते हैं ते गंगू पापी कह के चेते करते हैं। बहुत बड़ा पाप कमाया। मरंडे दे थाने ते जानी खां मानी खां ने एक रात मरंडे के थाने विच गुरु के लाला ने कटी। अज गुरुद्वारा कोतवाली साहब ते साध संगत 10 पोह वाले दिन सवेर वेले वजीर खां सरहंद पहुंचे सी, क्योंकि 8 पोह नूं चमकौर का युद्ध हुंदा है जी। सतगुरु अद्धी रात नूं चमकौर छड्डदे ने ते 9 पोह नूं भी जंग हुंदी है। जिहड़े गढ़ी विच सिंह बचे सन वो भी लड़ते ते 10 पोह वाले दिन माता शरण कौर की शहादत होंदी है, जिहड़ी संस्कार करती सी। ते 10 पोह नूं ही वजीर खां सरहंद पहुंचे सी। बड़ा निराश होकर पहुंचे सी, क्योंकि कोई हथ पल्ले नहीं सी आया, हार के आया सी। हारे हुए में एक खबर मिली कि गुरु गोबिंद सिंह जी की माता ते छोटे साहिबजादियां नूं कैद करके मरंडे पहुंचाया गया। उहदे अंदर नूं थोड़ी जी खुशी हुई कि कुछ हथ नहीं आया, गुरु के लाल हाथ आ गए। पुत्र मोह विच हुण गुरु नूं भी कोल बुलाउणा बड़ा सौखा हो गया। उन्हें एकदम हुक्म सुनाया कि मरंडे के थाने चों इन्हां तिन्ने शरीरां नूं सरहंद पहुंचाया जाए। एक रथ विच बिठा के तिन्ने शरीरां नूं सरहंद पहुंचाया जाता है। 10 पोह दी शाम तिन्ने सरहंद की धरती ते पहुंचते ते 10 पोह दी शाम नूं कचहरी तां नहीं सी लगनी। जदों वजीर खां सामने पेश किया गया ते वो वेखदा बुढ़ड़ी मां है ते छोटे छोटियां निक्कियां निक्कियां जिंदा ने। तो मानी मानी एक गल खुशी भी करते कि इन्हों मनाउणा बड़ा सौखा है। उम्र के हिसाब नाल इन्हों मनाउणा, बच्चे नूं मनाउणा बड़ा सौखा है। ते वो की करते, उन्होंने कैद का इंतजाम करते भी कैद करने। वो कहते एक रात अज दी इन्हों किसी ने कुछ खाण पीण लई नहीं देना, ना कोई कपड़ा देने। एक रात इन्हों अज दी ठंडे बुरज विच कैद कर दिओ, या तो सवेर तक मर जाणगे या मन जाणगे। क्योंकि उन्होंने भी पता है भाई ठंडा बुरज ना ही ठंडा बुरज नहीं है। इत्थे कोल बगण वाली ठंडे बुरज दे हंसला नदी ते 140 फुट उच्चा बुरज, सरहंद दे 8 बुरजां चों सब तो उच्चा बुरज है। ते नेड़े नदी वगण करके जून के महीने वजीर खां इत्थे आराम करता हुंदा सी। आराम क्यों करता सी? क्योंकि जून के महीने इत्थे ठंडी हवा लगती सी, तां ही ठंडा बुरज कहा जाता सी। ते जे जून के महीने ठंडी हवा लगती है ते पोह दे महीने की हालत तुसीं बयान तो परे है।
उस पोह दी रात माता गुजर कौर ते छोटे साहिबजादियां नूं ठंडे बुरज च पहुंचाया गया। दो उमरां इहो जिहियां जिन्हां विच सर्दी तो आपां बचदे। याद रखियो, एक उम्र बुढ़ेपे दी है, बजुर्गी दी। बजुर्गी भी सर्दी तो बचदी है। असीं सब बजुर्ग जिहड़े ने सर्दी तो बचदे। ते दूजी उम्र है बचपन दी। बचपन भी सर्दी तो बचदा है। असीं बचाउंदे हां अपने बच्चिआं नूं किते ठंड ना लग जाए, पर रब दा भाणा वेखो, वो ठंडे बुरज विच 85 सालां दा बजुर्ग भी बैठी है, 7 ते 9 साल दा बचपन भी बैठा है। जिन्हां नूं असीं ठंडां तो बचाउंदे हां, वो तिन्ने शरीर जिन्हां नूं अधिक ठंड लगदी है, वो उत्थे बैठे ठंडे बुरज दे विच। अज दी रात है 10 पोह दी, ते माता गुजर कौर जी कोल कोई कपड़ा नहीं अपने पोतरियां नूं लपेटण लई, कोई थल्ले विछाउण लई कपड़ा नहीं। मां ने दोने गोद विच बिठाए ते दोनां नूं अपने दुपट्टे नाल इवें लपेट लिया। ते लपेट करके ना देखो, एक गल चेते रखियो, भावें बाहर दा पोह दा महीना है, पर मां गुजरी ने उन्हां दे अंदर दे खून नूं ठंडा नहीं होण दिता। ये गल चेते रखियो। गुरु अर्जन देव पातशाह कह के गए ने, पोख तुखार ना व्यापही, कंठ मिलिया हर नहा। जिन्हां कोल रब दा प्रेम है, रब दी बंदगी है, प्यारिओ, पोह दी कड़क दी सर्दी भी उन्हां नूं छू नहीं सकदी। उन्हां दा अंदर ठंडा नहीं होया। रत्तियां होईयां रूहां बैठियां ने। माता गुजर कौर जी ने गल शुरू की। शुरू कितों की? अपने सब तो छोटे पुत्रे तो, बाबा फतेह सिंह तो। कहन लगी, पुत फतेह सिंह, जदों तू जन्मिया, याद रखियो, बाबा फतेह सिंह दा जन्म खालसा साजण तो 1 साल पहला है। 1698 का जन्म है। पुत्र, जदों तू जन्मिया, तेरे पिता ने खुश होके तेरा नाम फतेह सिंह रखिया। कला तेरा नाम फतेह सिंह नहीं रखिया, आनंदपुर की धरती ते एक किला बन के तैयार होया सी, उस किले का नाम भी फतेहगढ़ रखिया। तेरे जन्म ते तेरा नाम फतेह सिंह, ते जिहड़ा किला बनिया उहदा नाम भी फतेहगढ़ रखिया। ते पुत्र, जिन्नी कि तेरी उम्र है, क्योंकि बचपन में ही छोटी जी तू कुछ महीनों से असीं तेरी मां चढ़ाई कर गए, माता जीतो जी चढ़ाई कर गए। जदों तू छोटी उम्र का सी, उदों तो लेके हुण तक तैनूं मैं गोद विच पालिया, ते मैं हैरान भी तू हर मुकाम फतेह करके आए। बाबा फतेह सिंह, तू उम्र च छोटा है, पर 7 महीनों का घेरा तू फतेह करके आए। उन्हां 7 महीनों विच लगी हुई भुख तू फतेह कर आए, प्यास तू फतेह कर आए, लंबा पैंडा सी आनंदपुर तो तुरे सा, वो भी तू फतेह कर आए, सरसे दे किनारे तू फतेह कर आए, मरंडे का थाना तू फतेह कर आए। हुण पुत वारी इस ठंडे बुरज दी है, इस सरहद दी कचहरी दी है। वजीर खां कहते भी सवेर तक मन जाणगे या मर जाणगे। ते पुत्र, मैनू भरोसा है भी तुसी गुरु गोबिंद सिंह दे लाल हो ते गुरु तेग बहादुर दे पुत्र हो, ते तुसी ना तां अपने जीवन विच यकीन मनोगे, ना तुसी इस्लाम वल नूं तुरोगे। तुसी भावें शहीद हो जाओ, पर मनियो ना। ते अगों फतेह सिंह दा जवाब सी, कहन लगे, मां तू फिक्र ना कर, जे मेरा नाम फतेह सिंह है, मेरे पिता दे जन्म ते मेरा नाम फतेह सिंह रखिया, किले का नाम फतेहगढ़ रखिया, ते तू फिक्र ना कर। जे तैनूं इन्ना भरोसा है
ਵੀ ਮੈਂ ਹਰ ਮੁਕਾਮ ਨੂੰ ਫਤਿਹ ਕਰਕੇ ਆਇਆ। ਤੇ ਫਿਰ ਇਹ ਵੀ ਗੱਲ ਚੇਤੇ ਰੱਖੀ ਮਾਂ, ਇਹ ਫਤਿਹ ਸਿੰਘ ਤੇ ਮੇਰਾ ਭਰਾ ਅਸੀਂ ਦੋਨੇ ਠੰਡੇ ਬੁਰਜ ਨੂੰ ਵੀ ਫਤਿਹ ਕਰਕੇ ਜਾਵਾਂਗੇ ਤੇ ਸਰਹੰਦ ਦੀ ਕਚਹਿਰੀ ਵੀ ਫਤਿਹ ਕਰਕੇ ਜਾਵਾਂਗੇ। ਮੇਰੇ ਜਨਮ ਤੇ ਜੇ ਫਤਿਹਗੜ੍ਹ ਕਿਲਾ ਬਣ ਸਕਦਾ ਹੈ, ਜੇ ਫਤਿਹਗੜ੍ਹ ਕਿਲਾ ਬਣ ਸਕਦਾ ਹੈ, ਤੇ ਜੇ ਮੇਰੀ ਇੱਥੇ ਸਰਹੰਦ ਦੇ ਵਿੱਚ ਮੌਤ ਹੋ ਗਈ ਨਾ, ਸ਼ਹੀਦੀ ਹੋ ਗਈ, ਮਾਂ ਸਰਹੰਦ ਦੀ ਕਚਹਿਰੀ ਪੁੱਟੀ ਜਾਏਗੀ, ਤੇਰੇ ਸਾਹਿਬਜ਼ਾਦੇ ਤੇਰੇ ਪੋਤਰੇ ਇੱਥੇ ਵੀ ਫਤਿਹਗੜ੍ਹ ਬਣਾ ਕੇ ਜਾਣਗੇ। ਧਿਆਨ ਕਰਿਓ, ਉਹ ਸਮਝ ਲਓ ਬੋਲ ਸੱਚ ਸਨ, ਕਿਉਂਕਿ ਉਹ ਝੁਕੇ ਨਹੀਂ ਕਿਸੇ ਅੱਗੇ, ਉਹ ਡਰੇ ਨਹੀਂ। ਜਿਹੜਾ ਕਹਿੰਦਾ ਸੀ ਇੱਕ ਰਾਤ ਕੱਟਦੇ ਹੋ ਠੰਡੇ ਬੁਰਜ 'ਚ, ਸਵੇਰੇ ਮੰਨ ਜਾਣਗੇ ਜਾਂ ਮਰ ਜਾਣਗੇ, ਉਹ ਸਵੇਰੇ ਆਉਂਦਿਆਂ ਕਚਹਿਰੀ 'ਚ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਝੁਕੇ ਨਹੀਂ ਉਹ ਕਿਸੇ ਅੱਗੇ। ਸੋਚਾ ਨੰਦ ਕਹਿੰਦੇ ਵੀ ਝੁਕੋ, ਇਹ ਵਜ਼ੀਰ ਖਾਂ ਦੀ ਕਚਹਿਰੀ ਹੈ। ਉਹ ਕਹਿਣ ਲੱਗੇ ਬਾਬਾ ਜੋਰਾਵਰ ਸਿੰਘ ਨੇ ਆਖਿਆ ਅਸੀਂ ਕਿਸੇ ਅੱਗੇ ਨਹੀਂ ਝੁਕਦੇ, ਕੇਵਲ ਇੱਕ ਗੁਰੂ ਅੱਗੇ ਝੁਕੇ ਆ। ਜਿੱਦਣ ਦੇ ਝੁਕੇ ਆ ਸਾਡਾ ਸੀਸ ਹੋਰ ਅੱਗੇ ਝੁਕਿਆ ਨਹੀਂ। ਕਿੱਡੀ ਦ੍ਰਿੜਤਾ ਸੀ ਉਹਨਾਂ ਦੀ। ਅੱਜ ਤਾਂ ਸਾਧ ਸੰਗਤ ਸਿੱਖ ਹੋ ਕੇ ਆਪਾਂ ਪਤਾ ਨਹੀਂ ਕਿੰਨੀਆਂ ਥਾਵਾਂ ਤੇ ਝੁਕ ਜਾਂਦੇ, ਕਿੰਨੀਆਂ ਥਾਵਾਂ ਅਸੀਂ ਮਿੱਥੀਆਂ ਹੋਈਆਂ ਨੇ, ਕੋਈ ਦਿਨ ਤਿਉਹਾਰ ਆਪਾਂ ਨਹੀਂ ਛੱਡਦੇ। ਮੇਰਾ ਇੱਕ ਮੁਸਲਮਾਨ ਮਿੱਤਰ ਹੈ, ਕਿਉਂਕਿ ਗਿਆਨੀ ਬੰਦੇ ਨੂੰ ਨਾ ਸਾਰੀ ਜਾਣਕਾਰੀ ਲੈਣੀ ਬੜੀ ਜ਼ਰੂਰੀ ਹੋ ਜਾਂਦੀ। ਉਹ ਨਾ ਪੁੱਛਾਂ ਦਿੰਦਾ, ਧਿਆਨ ਕਰਿਓ, ਤੁਹਾਨੂੰ ਵੀ ਪਤਾ ਹੋਣਾ ਆਪਾਂ ਪਿੰਡਾਂ ਵਿੱਚ ਰਹਿੰਦੇ, ਉਹਨੂੰ ਸਿਆਣਾ ਵੀ ਕਹਿੰਦੇ ਨੇ ਲੋਕ। ਮੈਂ ਕਿਹਾ ਵੀ ਸੱਜਣਾ ਤੇਰਾ ਕੰਮ ਬੜਾ ਵਧੀਆ ਚੱਲਦਾ ਹੈ, ਵੀ ਤੂੰ ਪੁੱਛਾਂ ਵੀ ਲੈਂਦਾ ਹੈ, ਸਿਆਣਾ ਵੀ ਬਣਿਆ ਹੋਇਆ ਹੈ, ਤੇਰਾ ਕੰਮ ਚੰਗਾ ਚੱਲਦਾ ਹੈ। ਤੇ ਸਾਧ ਸੰਗਤ ਤੋਂ ਕਹਿਣ ਲੱਗਿਆ, ਮੈਂ ਕਿਹਾ ਵੀ ਨੌ ਨੂੰ ਵੀ ਦਰਜ ਕਰਦਾ ਹੈ। ਕਹਿੰਦਾ ਤੂੰ ਹੈਰਾਨ ਹੋ ਜਾਣਾ। ਮੈਂ ਕਿਹਾ ਕਿਵੇਂ? ਕਹਿੰਦਾ ਮੇਰੀ ਡਾਇਰੀ ਪਈ ਹੈ, ਦੇਖ ਲੈ, 9 ਪੜ੍ਹ ਤੂੰ। ਕਹਿੰਦਾ ਮੇਰਾ ਤਾਂ ਧੰਦਾ ਹੈ, ਮੈਂ ਤਾਂ ਲੋਕਾਂ ਨੂੰ ਭੜਕਾਉਣਾ ਹੁੰਦਾ, ਭੜਕਾ ਲੈਂਦਾ, ਪਰ ਤੂੰ ਮੇਰਾ ਮਿੱਤਰ ਹੈ, ਤੈਨੂੰ ਮੈਂ ਗੱਲ ਦੱਸਣ ਲੱਗਿਆ। ਉਹ ਕਹਿੰਦਾ ਡਾਇਰੀ ਚੁੱਕ ਕੇ ਪੜ੍ਹ। ਮੈਂ ਡਾਇਰੀ ਪੜ੍ਹੀ। ਧਿਆਨ ਕਰਿਓ, 30 ਨਾਂ ਪੜ੍ਹੇ ਮੈਂ ਡਾਇਰੀ 'ਚ। ਇਹ ਤੋਂ ਅੱਗੇ ਵੀ ਸੀ ਲਿਖੇ ਹੋਏ, ਪਰ 30 ਨਾਵਾਂ ਚੋਂ ਹੈਰਾਨ ਹੋਵਾਂਗਾ ਮੈਂ ਵੀ 25 ਨਾਂ ਸਿੰਘ ਤੇ ਕੌਰ ਵਾਲੇ ਸੀ। ਸਿੰਘ ਤੇ ਕੌਰ ਵਾਲੇ 25 ਨਾਂ, 30 ਚੋਂ 25। ਇਹਦਾ ਅਰਥ ਕੀ ਹੋਇਆ ਜੀ? ਵੀ ਮੱਥਾ ਤਾਂ ਉੱਤੇ ਵੀ ਜਾ ਕੇ ਟੇਕਿਆ ਨਾ ਆਪਾਂ, ਨਾਲੇ ਤਾਂ ਜਾਂਦੇ ਆਪਾਂ ਸਭਾ ਤੇ, ਨਾਲੇ ਜਾਂਦੇ ਆ ਬਾਬਾ ਜੋਰਾਵਰ ਫਤਿਹ ਸਿੰਘ ਨੂੰ ਨਮਸਕਾਰ ਕਰਨ। ਪਰ ਯਾਦ ਰੱਖਿਓ, ਉੱਥੋਂ ਲੈ ਕੇ ਵੀ ਆਇਆ ਕਰੋ ਕੁਝ, ਵੀ ਉਹ ਸਾਹਿਬਜ਼ਾਦੇ ਕਿਸੇ ਅੱਗੇ ਨਹੀਂ ਝੁਕੇ, ਤੇ ਸਿੱਖ ਉਹ ਵੀ ਕਿਸੇ ਅੱਗੇ ਨਹੀਂ ਝੁਕਦਾ। ਉਹ ਨਹੀਂ ਚੱਲਦਾ ਵੀ ਇੱਧਰ ਨੂੰ ਵੀ ਤੁਰੇ ਤੇ ਉਸ ਪਾਸੇ ਵੀ ਚੱਲ ਪਏ, ਇੱਧਰ ਨੂੰ ਵੀ ਤੁਰੇ ਤੇ ਉਸ ਪਾਸੇ ਵੀ ਚੱਲ ਪਏ। ਕੋਈ ਦਿਨ ਤਿਉਹਾਰ ਆਇਆ ਤੇ ਉਹ ਵੀ ਮਨਾਉਣ ਲੱਗ ਪਏ, ਕੋਈ ਦਿਨ ਮਾੜਾ ਆਇਆ ਮਾੜਾ ਕਹਿ ਦਿੱਤਾ, ਚੰਗਾ ਆਇਆ ਚੰਗਾ ਕਹਿ ਦਿੱਤਾ। ਸਾਡੀ ਤਾਂ ਹਾਲਤ ਇਹ ਬਣੀ ਨਾ। ਮੈਂ ਥੋੜਾ ਜਿਹਾ ਬਾਹਰ ਹੋ ਜਾ ਵਿਸ਼ੇ, ਕਿਉਂਕਿ ਗੱਲ ਇਤਿਹਾਸ ਦੀ ਚੱਲ ਰਹੀ ਹੈ, ਪਰ ਨਾਲ ਨਾਲ ਇਹ ਸਮਝਾਉਣਾ ਵੀ ਜ਼ਰੂਰੀ ਹੈ ਕਿ ਅੱਜ ਹੋ ਕੀ ਰਿਹਾ। ਮੈਂ ਇੱਕ ਨਗਰ ਵਿੱਚ ਨਾ ਕਥਾ ਕਰਨ ਲਈ ਚਲੇ ਗਿਆ, ਤੇ ਸਾਧ ਸੰਗਤ ਕਿਸੇ ਦੇ ਘਰੇ ਗਿਆ ਸੀ। ਜਿਵੇਂ ਤੁਸੀਂ ਆ ਪੰਡਾਲ ਵਿੱਚ ਬੈਠੇ ਹੋ, ਐਵੇਂ ਸੰਗਤ ਤਾਂ ਇੰਨੀ ਹੈ, ਪਰ ਉਹਨਾਂ ਨੇ ਪ੍ਰਕਾਸ਼ ਜਿਹੜੇ ਇੱਕ ਛੋਟੇ ਜਿਹੇ ਕਮਰੇ 'ਚ ਕੀਤਾ ਹੋਇਆ, ਤੇ ਕਥਾ ਨਹੀਂ ਮੈਨੂੰ ਉੱਥੇ ਬਿਠਾ ਦਿੱਤਾ, ਕਹਿੰਦੇ ਜੀ ਇੱਥੇ ਬੈਠ ਕੇ ਤੁਸੀਂ ਕਰ ਲਓ। ਮੈਨੂੰ ਸੰਗਤ ਦਿਸੇ ਨਾ ਕੋਈ, ਕਿਉਂਕਿ ਜਦੋਂ ਤੱਕ ਸੰਗਤ ਨਾ ਦਿਸੇ ਉਦੋਂ ਤੱਕ ਗੱਲ ਨਹੀਂ ਬਣਦੀ। ਹੁਣ ਮੈਂ ਇਕੱਲਾ ਹੀ ਉਸ ਕਮਰੇ 'ਚ। ਉਹ ਹੋਇਆ ਕਿ ਜਦੋਂ ਮੈਂ ਵਿੱਚੋਂ ਗੱਲ ਸੁਣੀ, ਉਹ ਕਹਿੰਦੇ ਜੀ ਅਸੀਂ ਨਾ ਜਿਹੜਾ ਪ੍ਰਕਾਸ਼ ਹੈ ਜੇ ਬਾਹਰ ਕਰਦੇ ਤੇ ਉਹ ਛਿਪਦੀ ਨੂੰ ਹੋਣਾ ਸੀ, ਤੇ ਜੇ ਕਮਰੇ 'ਚ ਕੀਤੇ ਤਾਂ ਚੜ੍ਹਦੀ ਨੂੰ ਹੋਣਾ। ਤੇ ਮੈਂ ਹੈਰਾਨ ਸੀ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ, ਜਿਹੜੇ ਗੁਰੂ ਨੇ ਸਾਨੂੰ ਕਿਹਾ ਭਾਈ ਉਹ ਮਾਲਕ ਤਾਂ ਹਰ ਪਾਸੇ ਵਸ ਰਹੇ, ਉਹ ਤਾਂ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ, ਤੇ ਅਸੀਂ ਹਲੇ ਵੀ ਦਿਸ਼ਾਵਾਂ ਵਿੱਚ ਹੀ ਪਏ ਹੋਏ, ਹਲੇ ਵੀ ਭਟਕੇ ਫਿਰ ਰਹੇ। ਸਾਧ ਸੰਗਤ ਸਾਡੀ ਹਾਲਤ ਹੈ,
ਆ ਮੇਰੀਆਂ ਮਾਤਾਵਾਂ ਭੈਣਾਂ ਨੇ ਸੁਖਮਨੀ ਸਾਹਿਬ ਸੁਸਾਇਟੀਆਂ ਬਣਾਈਆਂ, ਬੜੀ ਮੁਬਾਰਕ ਹੈ। ਤੁਸੀਂ ਪਾਠ ਕਰੋ ਤੇ ਪਰ ਦਿਨ ਕਿਹੜਾ ਚੁਣਦੀਆਂ ਨੇ? ਕਹਿੰਦੀਆਂ ਜੀ ਵੀਰਵਾਰ ਚੁਣਿਆ ਹੋਇਆ। ਮੈਂ ਪੁੱਛ ਲਿਆ ਵੀ ਕਿਉਂ ਚੁਣਿਆ? ਕਹਿੰਦੀ ਉਸ ਦਿਨ ਕੱਪੜੇ ਨਹੀਂ ਧੋਣੇ ਹੁੰਦੇ, ਸੁਖਮਨੀ ਸਾਹਿਬ ਕਰ ਲਈ। ਕਿੱਥੇ ਕਿ ਝੁਕੇ ਫਿਰਦੇ ਆ ਆਪਾਂ? ਸਾਹਿਬਜ਼ਾਦੇ ਨਹੀਂ ਝੁਕੇ ਕਿਸੇ ਅੱਗੇ। ਅਸੀਂ ਝੁਕ ਗਏ ਵੀਰਵਾਰ ਮਾੜਾ, ਅਸੀਂ ਝੁਕ ਗਏ ਸ਼ਨੀਵਾਰ ਮਾੜਾ, ਅਸੀਂ ਝੁਕ ਗਏ ਕਿਸੇ ਦੀ ਮੜੀ ਮਸਾਣ ਤੇ, ਅਸੀਂ ਝੁਕ ਗਏ ਦਰ ਦਰ ਤੇ ਝੁਕੀ ਫਿਰਦੇ। ਪਿਆਰਿਓ, ਅਸੀਂ ਸਿੱਖ ਹਾਂ ਤੇ ਸਿੱਖ ਕਿਹਦੇ ਅੱਗੇ ਝੁਕਦਾ? ਕੇਵਲ ਆਪਣੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ। ਸਾਹਿਬਜ਼ਾਦੇ ਕਹਿਣ ਲੱਗੇ ਅਸੀਂ ਨਹੀਂ ਝੁਕ ਸਕਦੇ। ਅਸੀਂ ਇੱਕ ਅੱਗੇ ਜਿਸ ਦਿਨ ਦਾ ਸਿਰ ਰੱਖਿਆ ਉਹ ਇੱਕ ਅੱਗੋਂ ਕਦੇ ਝੁਕੀਏ ਹੀ ਨਹੀਂ। ਝੁਕੀਏ ਕਿੱਥੇ? ਇਕਬਾਲ ਵੀ ਕਹਿੰਦਾ, कहने लगे जो दर दर पे झुके उसे सर नहीं कहते। असल में झुकिया एक थां ते होवे, एक नाल जुड़िया होवे, असल में ओही असल सिर हुंदा है। जिहड़ा थां थां ते जाके झुकदा वो सिर नहीं हुंदा, उहदे अंदर माती नहीं आ सकती। दुबदा च पिया होए, वहिमां विच पिया होया है। गुरु के लाल कचहरी च जाके फतेह बुलाउंदे ने, झुकण दे लई बड़े यतन होए झुकाउण दे, ਉਹ ਨਹੀਂ ਝੁਕੇ, ਉਹ ਨਹੀਂ ਡਰੇ, ਉਹ ਨਹੀਂ ਡੋਲੇ। ਕਿਉਂ? ਕਿਉਂਕਿ ਬਾਣੀ ਦਾ ਬਚਨ ਹੈ ਪਿਆਰਿਓ, ਜਿਹੜਾ ਅੰਦਰੋਂ ਤਿਲਤ ਹੋਵੇ ਨਾ, ਰੱਜਿਆ ਹੋਇਆ, ਉਹ ਨਹੀਂ ਕਿਸੇ ਅੱਗੇ ਡਿੱਗਦਾ ਡੋਲਦਾ। ਬਾਣੀ ਕਹਿੰਦੀ ਡਿਗੇ ਨਾ ਡੋਲੇ, ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਜਿਹੜਾ ਪੂਰੀ ਤਰ੍ਹਾਂ ਤ੍ਰਿਪਤਾਨੀ ਹੋ ਗਿਆ ਨਾ, ਤ੍ਰਿਪਤ ਹੋ ਗਿਆ, ਉਹ ਡਿੱਗਦਾ ਤੇ ਡੋਲਦਾ ਨਹੀਂ, ਦ੍ਰਿੜਤਾ ਚ ਰਹਿੰਦਾ। 7 ਤੇ 9 ਸਾਲ ਦੇ ਬੱਚਿਆਂ ਦੀ ਦ੍ਰਿੜਤਾ ਵੇਖੋ, ਉਹ ਕਿਸੇ ਅੱਗੇ ਨਹੀਂ ਝੁਕੇ। ਕਿਉਂ? ਉਹਨਾਂ ਦੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਲਹੂ ਚੱਲ ਰਿਹਾ ਹੈ ਤੇ ਸਾਧ ਸੰਗਤ ਝੁਕਣ ਵਾਲੇ ਦਾ ਲਹੂ ਨਹੀਂ ਚੱਲ ਰਿਹਾ। ਜਿਹੜਾ ਕਿਸੇ ਅੱਗੇ ਨਹੀਂ ਝੁਕਿਆ ਉਹਦੇ ਲਾਲ ਨੇ ਉਹ ਵੀ ਨਹੀਂ ਝੁਕੇ। ਪੂਰੀ ਕਚਹਿਰੀ ਅੱਜ ਲਾਲ ਚ ਡਰਾਵੇ ਦਿੰਦਿਆਂ ਥੱਕ ਗਈ, ਉਹ ਨਹੀਂ ਝੁਕੇ। ਤੇ ਵਜ਼ੀਰ ਖਾਂ ਕਹਿੰਦੇ ਅੱਜ ਦੀ ਰਾਤ ਵੀ ਇਹਨਾਂ ਨੂੰ ਠੰਡੇ ਬੁਰਜ ਚ ਰੱਖੋ, ਝੁਕਣਗੇ। ਉਹਦਾ ਭਰੋਸਾ ਵੀ ਠੰਡਾ ਬੁਰਜ ਝੁਕਾਏਗਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਠੰਡੇ ਬੁਰਜ ਚ ਇਹਨਾਂ ਨੂੰ ਝੁਕਾਉਣ ਲਈ ਭੇਜ ਰਹੇ ਹੋ, ਇੱਕ ਦਿਨ ਪੂਰਾ ਸੰਸਾਰ ਨੂੰ ਠੰਡੇ ਬੁਰਜ ਅੱਗੇ ਝੁਕਾ ਦੇਣਗੇ। ਉਹਨੂੰ ਇਹ ਨਹੀਂ ਸੀ ਪਤਾ। ਧਿਆਨ ਕਰਿਓ, ਅੱਜ ਦੂਜੀ ਰਾਤ ਹੈ ਠੰਡੇ ਬੁਰਜ ਚ, ਤੇ ਦੂਜੀ ਰਾਤ ਜਿੱਥੇ ਇੱਕ ਫਿਰ ਪਰਪਕਾਰੀ ਦਾ ਨਾਂ ਆ ਜਾਂਦਾ ਹੈ, ਧਨ ਮੋਤੀ ਜਿਨ ਪੁੰਨ ਕਮਾਇਆ, ਲਾਲਾਂ ਤਾਈ ਦੁੱਧ ਪਿਆਇਆ। ਉਹ ਮੋਤੀ ਰਾਮ ਮਹਿਰਾ ਜਿਹੜਾ ਗੁਰੂ ਦਾ ਸ਼ਰਧਾਲੂ ਹੈ, ਆਪਣੀ ਪਤਨੀ ਦੇ ਗਹਿਣੇ ਤੱਕ ਸਿਪਾਹੀਆਂ ਨੂੰ ਦੇ ਕੇ ਲਾਲਾਂ ਤਾਈ ਦੁੱਧ ਪਿਆਉਂਦਾ ਹੈ। 2 ਦਿਨ ਉਹਨੇ ਸੇਵਾ ਕੀਤੀ ਤੇ ਸਾਧ ਸੰਗਤ 2 ਦਿਨ ਦੀ ਸੇਵਾ ਵਿੱਚ ਉਹਨੂੰ ਹੋਇਆ ਕਿ ਜਿਸ ਦਿਨ ਵਜ਼ੀਰ ਖਾਨ ਨੂੰ ਪਤਾ ਚੱਲਿਆ ਸੀ ਨਾ ਵੀ ਮੋਤੀ ਨੇ ਦੁੱਧ ਪਿਆਇਆ ਤੇ ਮੋਤੀ ਰਾਮ ਮਹਿਰੇ, ਉਹਦੀ ਪਤਨੀ, ਉਹਦੇ ਪੁੱਤਰ ਤੇ ਉਹਦੀ ਮਾਂ, ਚਾਰਾਂ ਨੂੰ ਵਜ਼ੀਰ ਖਾਨ ਨੇ ਕੋਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਹੈ। ਪਰ ਗੁਰੂ ਕੇ ਉਸ ਸ਼ਰਧਾਲੂ ਨੇ ਵੀ ਚੜ੍ਹਦੀ ਕਲਾ ਵਿੱਚ ਸ਼ਹੀਦੀ ਦਿੱਤੀ, ਉਹ ਵੀ ਡੋਲਿਆ ਨਹੀਂ। ਅੱਜ ਆਪਾਂ ਉਹਨੂੰ ਸਤਿਕਾਰ ਨਾਲ ਕਹਿੰਦੇ ਆ, ਧਨ ਮੋਤੀ ਜਿਨ ਪੁੰਨ ਕਮਾਇਆ, ਲਾਲਾਂ ਤਾਈ ਦੁੱਧ ਪਿਆਇਆ। ਤੇ ਸਾਧ ਸੰਗਤ ਅੱਜ ਦੂਜੀ ਰਾਤ ਹੈ। ਮਾਤਾ ਗੁਜਰ ਕੌਰ ਜੀ ਨੇ ਦੂਜੀ ਰਾਤ ਆਪਣੇ ਪੋਤਰਿਆਂ ਨੂੰ ਗੋਦ ਚ ਲਿਆ ਤੇ ਨਿੱਘ ਕੀਰਾ ਦਿੱਤਾ ਜੀ ਆਪਣੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਤੱਤੀ ਤਵੀ ਦਾ, ਤੱਤੀ ਰੇਤ ਦਾ, ਉਬਲਦੀ ਦੇਗ ਦਾ ਸ਼ਹੀਦੀ ਸੁਣਾ ਕੇ ਅੰਦਰ ਨੂੰ ਇੰਨਾ ਨਿੱਘਾ ਕਰ ਦਿੱਤਾ ਕਿ ਜਿਸ ਦਿਨ ਦੂਜੇ ਦਿਨ ਕਚਹਿਰੀ ਲੱਗੀ ਤੇ ਦੂਜੇ ਦਿਨ ਝੁਕਾਉਣ ਵਾਲਿਆਂ ਨੇ ਵਿਉਂਤ ਬਣਾਈ ਸੀ, ਬੂਹੇ ਬੰਦ ਕਰ ਦੋ, ਖਿੜਕੀ ਖੁੱਲੀ ਰੱਖੋ। ਬੱਚੇ ਨੇ, ਕੋਈ ਵੀ ਬੰਦਾ ਜਦੋਂ ਛੋਟੀ ਥਾਂ ਤੋਂ ਨਿਕਲਦਾ ਉਹ ਝੁਕ ਕੇ ਨਿਕਲਦਾ। ਅਸੀਂ ਵੀ ਬੱਚੇ ਨੇ, ਅਣਜਾਣ ਨੇ, ਜਦੋਂ ਜਾਣਗੇ ਤੇ ਝੁਕ ਕੇ ਨਿਕਲ ਜਾਣਗੇ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਅਕਲਾਂ ਦੇ ਬਾਬੇ ਨੇ, ਇਹ ਸ਼ਕਲਾਂ ਦੇ ਬਾਬੇ ਨਹੀਂ, ਇਹ ਅਕਲਾਂ ਦੇ ਬਾਬੇ ਨੇ। ਤੇ ਜਦੋਂ ਸਭ ਤੋਂ ਅੱਗੇ ਸਿਪਾਹੀ, ਉਦੋਂ ਪਿੱਛੇ 7 ਸਾਲਾਂ ਦੇ ਬਾਬਾ ਫਤਿਹ ਸਿੰਘ
ਤੇ ਫਿਰ ਬਾਬਾ ਜੋਰਾਵਰ ਸਿੰਘ ਤੇ ਫਿਰ ਸਿਪਾਹੀ। ਹੁਣ ਖਿੜਕੀ ਖੁੱਲੀ ਹੈ ਛੋਟੀ, ਉਹਦੇ ਚੋਂ ਸਿਪਾਹੀ ਨਿਕਲੇ ਝੁੱਕ ਕੇ, ਤੇ ਜਿੰਨੇ ਅੰਦਰ ਬੈਠੇ ਨਾ ਕਚਹਿਰੀ ਵਿੱਚ, ਸਭ ਦੀ ਨਿਗਾਹ ਖਿੜਕੀ ਵੱਲ ਹੈ ਵੀ ਸਿਪਾਹੀ ਝੁੱਕ ਕੇ ਨਿਕਲਿਆ, ਹੁਣ ਵਾਰੀ ਸਾਹਿਬਜ਼ਾਦਿਆਂ ਦੀ। ਤੇ ਸਾਧ ਸੰਗਤ ਉਸ ਵੇਲੇ ਬਾਬਾ ਫਤਿਹ ਸਿੰਘ ਅਟਲ ਦੇ ਮਹਾਨ ਗੁਰੂ ਕੇ ਲਾਲ ਨੇ ਆਪਣੀ ਪੈਰ ਦੀ ਜੁੱਤੀ ਅੱਗੇ ਕੀਤੀ। ਧਿਆਨ ਕਰਿਓ, ਆਪਣਾ ਸੀਸ ਫਿਰ ਵੀ ਨਹੀਂ ਝੁਕਾਇਆ, ਸੀਸ ਉੱਚਾ ਚੱਕ ਕੇ ਪਿੱਛੇ ਕਰਕੇ ਜਦੋਂ ਖਿੜਕੀ ਚੋਂ ਨਿਕਲੇ ਤੇ ਧਿਆਨ ਕਰਿਓ, ਬਾਬਾ ਜੋਰਾਵਰ ਸਿੰਘ ਪਿੱਛੋਂ ਜਕਾਰਾ ਛੱਡਦਾ, ਵੇ ਧੰਨ ਮੇਰੇ ਭਰਾਵਾ, ਮੈਂ ਤਾਂ ਸੋਚਦਾ ਸੀ ਵੀ ਹੁਣ ਕੀ ਕਰੇਗਾ ਫਤਿਹ ਸਿੰਘ, ਪਰ ਤੂੰ ਜਿਹੜਾ ਇਹ ਕੰਮ ਕਰ ਗਿਆ ਵੀ ਇਹਨਾਂ ਅੱਗੇ ਨਹੀਂ ਝੁਕਿਆ, ਪੈਰ ਦੀ ਜੁੱਤੀ ਦਿਖਾ ਕੇ ਅੱਗੇ ਨਿਕਲੇ। ਸਾਰੀ ਕਚਹਿਰੀ ਫਿਰ ਹੈਰਾਨ ਹੈ। ਤੇ ਸੁੱਚਾਨੰਦ ਕੀ ਕਹਿੰਦਾ? ਕਹਿੰਦਾ ਵੇਖਿਆ ਵਜ਼ੀਰ ਖਾਨ ਜੀ, ਇਹ ਸੱਪ ਦੇ ਬੱਚੇ ਨੇ, ਜਿੰਨਾ ਜਲਦੀ ਹੋ ਸਕੋ ਇਹਨਾਂ ਨੂੰ ਕੁਚਲ ਦਿਓ, ਇਹ ਤਾਂ ਕੱਲ ਨੂੰ ਹਕੂਮਤ ਦੇ ਨੱਕ 'ਚ ਦਮ ਕਰਕੇ ਰੱਖ ਦੇਣਗੇ। ਤੇ ਆ ਜਿਹੜੇ ਬਚਨ ਆਖੇ ਨਾ ਸੁੱਚਾਨੰਦ ਨੇ, ਸਿੱਖ ਕਦੇ ਵੀ ਕੋਈ ਸ਼ਬਦ ਛੱਡਦਾ ਨਹੀਂ, ਕਦੇ ਭੁੱਲਦਾ ਵੀ ਨਹੀਂ। ਜਦੋਂ ਜਿਨ੍ਹਾਂ ਨੇ ਕਹਿਰ ਕਮਾਇਆ ਉਹਨਾਂ ਨੂੰ ਸਿੱਖ ਨਹੀਂ ਭੁੱਲਦਾ। ਸਾਧ ਸੰਗਤ, ਸੁੱਚਾਨੰਦ ਨੇ ਇਹ ਸ਼ਬਦ ਕਹੇ ਉਹਨਾਂ ਲਈ ਜਿਨ੍ਹਾਂ ਦੇ ਦਾਦੇ ਨੇ ਇਹਨਾਂ ਲਈ ਕੁਰਬਾਨੀ ਦਿੱਤੀ। ਸੁੱਚਾਨੰਦ ਤਾਂ ਹੀ ਜੇ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ, ਨਹੀਂ ਸੁੱਚਾਨੰਦ ਵੀ ਸੁੱਚਾਨੰਦ ਨਾ ਹੁੰਦਾ। ਧਿਆਨ ਕਰਿਓ, ਉਹ ਭੁੱਲ ਗਿਆ ਪਰਉਪਕਾਰ। ਤੇ ਸਾਧ ਸੰਗਤ, ਉਹ ਸ਼ਬਦ ਅੱਜ ਵੀ ਸਿੱਖੀ ਨੇ ਸਾਂਭੇ। ਉਹ ਸ਼ਬਦ ਕੀ ਨੇ? ਸਿੱਖਾਂ ਦੇ ਬੋਲ ਵਾਲੇ ਆਪਾਂ ਪੜ੍ਹੀਏ ਨਾ, ਜਿਵੇਂ ਦੁੱਧ ਨੂੰ ਸਮੁੰਦਰ ਕਹਿੰਦੇ ਨੇ, ਤੇ ਧਿਆਨ ਕਰਿਓ ਛੋਲਿਆਂ ਨੂੰ ਬਦਾਮ ਕਹਿੰਦੇ ਨੇ, ਉਵੇਂ ਸਿੱਖਾਂ ਦੇ ਬੋਲ ਵਾਲਿਆਂ 'ਚ ਇੱਕ ਸ਼ਬਦ ਆਉਂਦਾ ਭੁਝੰਗੀ। ਭੁਝੰਗੀ ਦਾ ਅਰਥ ਹੁੰਦਾ ਸੱਪ ਦਾ ਬੱਚਾ, ਭੁਝੰਗ ਦਾ ਅਰਥ ਹੁੰਦਾ ਸੱਪ। ਜਾਪ ਸਾਹਿਬ ਦਾ ਛੰਦ ਆਉਂਦਾ ਜੀ ਭੁਝੰਗ, ਉਹਦਾ ਅਰਥ ਹੁੰਦਾ ਸੱਪ। ਤੇ ਜਿਹੜਾ ਭੁਝੰਗੀ ਉਹ ਸੱਪ ਦਾ ਬੱਚਾ। ਸੁੱਚਾਨੰਦ, ਤੂੰ ਸਾਡੇ ਗੁਰੂ ਕੇ ਲਾਲਾਂ ਨੂੰ ਸੱਪ ਦੇ ਬੱਚੇ ਕਹਿੰਦਾ ਨਾ। ਅੱਜ ਤੋਂ ਬਾਅਦ ਸਿੱਖਾਂ ਦੇ ਘਰ 'ਚ ਜਿੰਨੇ ਜਨਮਣਗੇ ਨਾ, ਸਾਰੇ ਸੱਪ ਦੇ ਬੱਚੇ ਹੋਣਗੇ। ਜਦੋਂ ਹਕੂਮਤ ਕਹਿਰ ਢਾਏਗੀ, ਉਦੋਂ ਇਹ ਸੱਪ ਦੇ ਬੱਚੇ ਹੀ ਜ਼ੁਲਮ ਦੇ ਖਾਤਮੇ ਲਈ ਜੂਝ ਕੇ, ਸ਼ਹੀਦੀਆਂ ਦੇ ਕੇ ਹਕੂਮਤ ਦੇ ਕਹਿਰ ਨੂੰ ਠੱਲ ਪਾਉਣਗੇ। ਤੇ ਸਾਧ ਸੰਗਤ, ਇਹ ਫਤਿਹਗੜ੍ਹ ਸਾਹਿਬ ਦੀ ਧਰਤੀ ਉਹ ਸਾਨੂੰ ਤਾਕਤ ਦਿੰਦੀ ਹੈ, ਜਿਹੜੀ ਤਾਕਤ ਸਾਨੂੰ ਹਾਰਨ ਵਾਲੇ ਪਾਸੇ ਨਹੀਂ, ਜਿੱਤਣ ਵਾਲੇ ਰਾਹ ਤੇ ਤੋਰਦੀ ਹੈ। ਇਹੋ ਕਾਰਨ ਸੀ ਨਾ ਆ 1.25 ਸਾਲ ਮੋਰਚਾ ਲੱਗਿਆ ਰਿਹਾ। ਤੇ ਧਿਆਨ ਕਰਿਓ, ਪਤਾ ਲੱਗ ਗਿਆ ਹਕੂਮਤ ਨੂੰ ਵੀ ਅੱਗੇ ਕੌਣ ਨੇ, ਅੱਗੇ ਖਾਲਸੇ ਨੇ, ਇਹਨਾਂ ਨੂੰ ਹਰਾਉਣਾ ਹੀ ਬੜਾ ਔਖਾ ਹੈ। ਤੇ ਧਿਆਨ ਕਰਿਓ, ਜਦੋਂ ਅੱਗੇ ਲੱਗੇ ਸੀ, ਕਿਹੜਾ ਮੋਰਚਾ ਜਿਹੜਾ ਗੁਰੂ ਕੇ ਸਿੱਖ ਨੇ ਲਾਇਆ ਹੋਵੇ ਤੇ ਜਿੱਤਿਆ ਨਾ ਹੋਵੇ। ਤੇ ਵੀ ਜਿੱਤੇ ਗਏ ਆਪਾਂ। ਕਿੱਥੋਂ ਸਪਿਰਟ ਮਿਲੀ ਜੀ? ਆ ਚਮਕੌਰ ਦੀ ਗੜੀ ਤੇ ਫਤਿਹਗੜ੍ਹ ਸਾਹਿਬ ਤੋਂ। ਇੱਥੋਂ ਪਤਾ ਚੱਲਿਆ ਵੀ ਸਿੱਖ ਕਦੇ ਹਾਰਦਾ ਨਹੀਂ, ਜਿੱਤਦਾ। ਇਹ ਤਾਂ 40-10 ਲੱਖ ਦਾ ਮੁਕਾਬਲਾ ਕਰਕੇ ਜਿੱਤ ਜਾਂਦੇ। ਇਹ ਤਾਂ 21,000 ਮੁਗਲਾਂ ਦਾ ਮੁਕਾਬਲਾ ਕਰਕੇ ਸਾਰਾ ਗੜੀ 'ਚ ਜਿੱਤ ਜਾਂਦੇ ਨੇ। ਇਹ ਨਹੀਂ ਹਾਰਨ ਵਾਲੇ। ਤੇ ਸਾਧ ਸੰਗਤ, ਜਦੋਂ ਨਾ ਝੁਕੇ, ਨਾ ਡਰੇ, ਨਾ ਲਾਲਚ 'ਚ ਆਏ, ਤੇ ਦੂਨਾ ਸਿੰਘ ਹੰਡੂਰੀਆ ਗੁਰੂ ਦਾ ਸਮਕਾਲੀ ਕਵੀ ਹੋਇਆ, ਉਹਨੇ ਲਿਖਿਆ ਸੁੱਤਨ ਕੀ ਕਥਾ। ਉਹਨੇ ਇੱਕ ਪੁਸਤਕ ਲਿਖੀ, ਉਹਦੇ 'ਚ ਲਿਖਦਾ, ਕਹਿੰਦਾ ਇੱਥੋਂ ਤੱਕ ਵੀ ਉਹਨੇ ਲਿਖਿਆ ਵੀ ਇਹਨਾਂ ਨੇ ਤਸੀਹੇ ਵੀ ਦਿੱਤੇ, ਇਹਨਾਂ ਨੂੰ ਬੰਨ ਕੇ ਇਹਨਾਂ ਦੇ ਗੁਲੇਲਾਂ ਨਾਲ ਪੱਥਰ ਵੀ ਮਾਰੇ ਗਏ, ਚਾਬੁਕ ਵੀ ਮਾਰੇ ਗਏ। ਮੰਨ ਜਾਣ, ਉਹ ਨਹੀਂ ਮੰਨੇ। ਜਦੋਂ ਨਾ ਮੰਨੇ ਤੇ ਜ਼ਾਲਮ ਆਪਸ ਵਿੱਚ ਮਤਾ ਪਕਾਉਂਦੇ ਨੇ ਵੀ ਜੇ ਨਹੀਂ ਮੰਨਦੇ ਤਾਂ ਇਹਨਾਂ ਨੂੰ ਕੱਲ ਨੂੰ ਜੇ ਨਾ ਮੰਨੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਦੇ ਹਨ। ਕਾਜੀ ਫਤਵਾ ਸੁਣਾ ਦੇਂਦੇ। ਮਲੇਰਕੋਟਲੇ ਦੇ ਨਵਾਬ ਨੂੰ ਆਖਿਆ ਗਿਆ, ਤੇ ਨਵਾਬ ਸ਼ੇਰ ਖਾਨ ਨੇ ਆਖਿਆ ਸੀ ਵੀ ਯਾਦ ਰੱਖੋ, ਮੇਰੇ ਭਰਾ ਨੂੰ ਮਾਰਨ ਵਾਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ,
जंग के मैदान च मेरे भरा की मौत हुई है, मैं बुजदिल नहीं, पिता तो बदला लेना है। इन्हां बच्चियां दा कसूर नहीं, साडी कुरान विच, साडे मुसलमानी इस्लाम धर्म विच बच्चे नूं सजा देण दा किधरे भी प्रावधान नहीं। ये तुसी गलत कर रहे हो। हाँ दा नारा मार के उस कचहरी विच निकलिया। पर याद रखियो, गुरु नानक जी तो पहले ही लिख गए, काली कूड़ बोल मल खाए। काजी जज है और वो करता की है, झूठ बोलता है। क्या जेड़ा सरहंद च कचहरी च बैठा है वो भी सच नहीं बोल रहा। जो भी कुरान विच लिखे है वो उवें दी सजा नहीं सुना रहा। बच्चे नूं सजा नहीं सी हो सकती, पर वो अपने अहुदियां ते हुकूमत दा गुलाम बन के, ध्यान करियो, जेड़ा सच लिखे उन्होंने छुपा के फतवा सुनाउंदा है, उन्होंने सच नूं छुपा के फतवा सुनाउंदा है। ते साध संगत अज तीजी रात है ठंडे बुरज च मां गुजरी कोल बैठे ने, कचहरी का हाल सुनाउंदे आ ते हाल सुनाउंदे आ। बाबा जोरावर सिंह कहन लग्या, मां अज मैं थोड़ा जिहा डोलिया सी, पर वो तो चौकड़ा में चढ़ती कला च भी आ गया सी। आ दो शब्द बोले उन्हें। मां गुजरी ने घुट के लकड़ी च लिया, पुत्र चढ़ती कला तो ठीक है, पर तेरे मुख तो डोलिया शब्द चंगा नहीं लगता, होया की सी? मां जदों तेरे कोलों लेके गए ना, फतेह सिंह अगे सी, मैं पिछे सी, इन्हां ने बूहे बंद कीते ते खिड़की खुली रखी सी। मैं थोड़ा जा उदों डोलिया जदों सिपाही झुक के निकलिया ते मेरे मन च सी मना किते फतेह सिंह ना झुक जाए। कुछ समा ही मैं डोलिया और मैं चढ़ती कला विच फिर जकारा छड्डिया। जदों मेरा भरा पैर की जुत्ती दिखा के उस खिड़की चों निकल के गया, सिर नहीं झुकाया, मैं उदों चढ़ती कला विच आ गया। मां ने घुट के लकड़ी च लिया। अज तीजी रात मां ने भाई दयाले दी उबलदी देग दा, भाई सतीदास की रूह दा, भाई मती दास की शहादत दा ते दादा गुरु तेग बहादुर की शहादत दा प्रसंग सुनाया। ते प्रसंग सुना के जदों सवेरे तोरन लगी ना, पता सी मां नूं दसिया सी कि मते पका रहे ने, ते मां जांदी होई कहन लगी, पुत्रो दादे का प्रसंग सुन के चले हो, जे शहीद होके दादे कोल जाना पिया चले जाओ, पर झुकियो ना, डरियो ना। गुरु गोबिंद सिंह जी की माता ने अपने पोतरियां नूं तोरिया ते जदों कचहरी लगी, एकदम फतवा आया, नहीं मन्ने नीहां विच चिण दिओ। ते ध्यान करियो, नीहां तैयार होईयां, विच दो नन्हे लाल 7 ते 9 सालां दीयां निक्कियां जिंदा खड़ोती, कलियां खड़ोतियां नहीं शरीर करके, वो मन करके भी खड़ोतियां ने, सिद्धांत करके भी खड़ोतियां ने। उन्हां दे अंदर डोलना डिगना नहीं है, बिल्कुल खड़ोतियां ने। ते खड़ो करके पूरी खुशी नाल, साध संगत सामने मौत भी है, पर पूरी खुशी नाल सब कुछ प्रवान करके जकारे छड्डदियां खड़ोतियां ने। नीहां चिणियां जा रही हैं, गोडियां तक आईयां, लक तक आईयां, छाती तक आईयां। बाबा जोरावर सिंह कहन लगे, भरा फतेह सिंघा तू आया बाद विच, लुक पहले चले है। पर भाई गुरु दोने भरावां ने ये गल्लां करदियां चढ़दी कला विच जदों नीहां चिड़ियां गईयां। याद रखियो, निक्कियां जिंदा ने, पर निक्कियां जिंदा ने अज सिक्खी दे महल की नींह अपने सिर पे रखी। हम जान देकर औरों की जाने बचा चले, हम अपने सरों पर है सिक्खी का महल उठा चले। अपने सिरों ते नींहां उस महल उसारिया ते जदों थोड़ी देर हुई ते साध संगत वो नींहां भी डिग गईयां। शरीर डिगे, जालम हले भी नहीं रुकिया।
ਉਹਨੇ ਕੀ ਕੀਤਾ ਜੀ? ਸ਼ਾਸਲ ਤੇ ਬਾਸ਼ਲ ਵੇਗ ਦੋ ਜਲਾਦਾਂ ਨੇ ਖੰਜਰ ਕੱਢਿਆ ਤੇ ਦੋਨਾਂ ਸਰੀਰਾਂ ਨੂੰ ਜਵਾ ਕੀਤਾ। ਜਵਾ ਕਰਨਾ, ਸਵਾਸਾਂ ਦੀਆਂ ਨਸਾਂ ਨੂੰ ਵੱਢ ਦੇਣਾ। ਤੇ ਪਿਆਰਿਓ, ਇਤਿਹਾਸ ਕਹਿੰਦੇ 15 ਮਿੰਟ ਤੋਂ ਲੈ ਕੇ 20 ਮਿੰਟ ਤੱਕ ਉਹ ਸਰੀਰਾਂ ਚੋਂ ਜਿੰਦ ਨਿਕਲਦੀ ਗਈ ਤੇ ਮਹਾਨ ਗੁਰੂ ਕੇ ਲਾਲਾ ਨੇ ਮਹਾਨ ਕੁਰਬਾਨੀਆਂ ਦੇ ਕੇ ਸਾਡੀ ਜ਼ਿੰਦਗੀ ਨੂੰ ਇੱਕ ਐਡਾ ਮਹਾਨ ਸਿਧਾਂਤ ਦੇ ਦਿੱਤਾ ਵੀ ਪਿਆਰਿਓ, ਅਸੀਂ ਸਿਰ ਦੇ ਕੇ ਅੱਜ ਸਿੱਖੀ ਦੀ ਨੀਂਹ ਰੱਖ ਕੇ ਚੱਲੇ ਆ। ਇਸ ਨੀਂਹ ਦੇ ਉੱਤੇ ਪੰਥ ਜਿਹੜਾ ਉਹ ਸਿੱਖੀ ਦਾ ਮਹਿਲ ਉਸਾਰੇਗੀ ਤੇ ਪੰਥ ਜਿਹੜਾ ਉਹ ਰਾਜ ਕਰੇਗਾ। ਤੇ ਇੱਕ ਦਿਨ ਆਏਗਾ ਜਦੋਂ ਉਹ ਦੁਨੀਆ ਚੋਂ ਜੁਰਮ ਦਾ ਖਾਤਮਾ ਕਰੇਗਾ। ਔਰ ਸਾਧ ਸੰਗਤ, ਅੱਲਾ ਯਾਰ ਖਾਂ ਜੋਗੀ ਲਿਖਦਾ, ਅੱਲਾ ਯਾਰ ਖਾਂ ਜੋਗੀ ਦੇ ਬੋਲ ਕਹਿੰਦਾ, ਜੋਗੀ ਇਸ ਕਰਮ ਲਈ ਥੋੜੀ ਜੀ ਦੇਰ ਹੋਈ ਸੀ। 1704 ਚ ਸਾਕਾ ਹੋਇਆ ਜੀ ਤੇ 1709 ਵਿੱਚ 5 ਸਾਲ ਹੀ ਬੀਤੇ ਸਨ ਜਦੋਂ ਸਾਡੇ ਜਿਹੜੇ ਚੱਪੜ ਚਿੜੀ ਦੇ ਮੈਦਾਨ ਤੇ ਗੁਰੂ ਕੇ ਲਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਂ ਸੁੱਚਾ ਨੰਦ ਨੂੰ ਮਾਰ ਕੇ ਸਰਹੰਦ ਤੇ ਸਿੱਖ ਰਾਜ ਕਾਇਮ ਕਰ ਦਿੱਤਾ। ਥੋੜੀ ਦੇਰ ਬਾਅਦ ਹੀ ਐਡਾ ਵੱਡਾ ਸਿੱਖ ਰਾਜ ਕਾਇਮ ਹੋ ਗਿਆ ਪਿਆਰਿਓ। ਪਰ ਜਿਹੜੇ ਕਿਸੇ ਅੱਗੇ ਨਹੀਂ ਝੁਕੇ, ਕਿਸੇ ਅੱਗੇ ਨਹੀਂ ਡਰੇ, ਕਿਸੇ ਅੱਗੇ ਨਹੀਂ ਡੋਲੇ, ਅੱਜ ਪੂਰਾ ਸੰਸਾਰ ਜਾ ਕੇ ਉਹਨਾਂ ਅੱਗੇ ਝੁਕਦਾ ਹੈ। ਮੈਂ ਕੱਲ ਵੀ ਵਚਨ ਕਹੇ ਸੀ, ਧੰਨ ਹੈ ਗੁਰੂ ਗੋਬਿੰਦ ਸਿੰਘ ਦੇ ਲਾਲ। 2 ਲੜ ਕੇ ਸ਼ਹੀਦ ਹੋਏ, 2 ਖੜ ਕੇ ਸ਼ਹੀਦ ਹੋਏ। ਨਾ ਲੜਨ ਵਾਲੇ ਡੋਲੇ, ਨਾ ਨੀਹਾਂ ਵਿੱਚ ਖੜਨ ਵਾਲੇ ਡੋਲੇ, ਸਦਾ ਅਡੋਲ ਰਹੇ। ਤੇ ਅਡੋਲ ਸਾਹਮਣੇ ਮੌਤ ਨੂੰ ਵੇਖ ਕੇ ਤੇ ਇਹ ਸੋਚ ਆਪਣੇ ਅੰਦਰ ਪਾਲੀ ਸੀ, ਮਰਨਾ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪਰਵਾਹ। ਗੁਰੂ ਨਾਨਕ ਜੀ ਕਹਿੰਦੇ ਨੇ ਪਿਆਰਿਓ, ਜਿਹੜਾ ਸੂਰਮਾ ਹੁੰਦਾ ਹੈ ਨਾ, ਉਹ ਸੂਰਮਾ ਕੌਣ ਹੈ ਜੀ? ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕੇ ਰਾਮ ਵਸੈ ਮਨ ਮਾਏ। ਨਾ ਉਹ ਮਰਦਾ ਜੀ, ਨਾ ਉਹ ਠੱਗਿਆ ਜਾਂਦਾ ਹੈ। ਜਿਹੜਾ ਜੁੜਿਆ ਮਾਲਕ ਦੇ ਨਾਲ, ਜਿਹੜਾ ਚੱਲਿਆ ਮਾਲਕ ਦੇ ਨਾਲ। ਅੱਜ ਵੀ ਉਹਨਾਂ ਰੱਤੀਆਂ ਰੂਹਾਂ ਨੂੰ ਤੁਸੀਂ ਵੇਖ ਸਕਦੇ ਹੋ ਜਦੋਂ ਚਰਨ ਕਿਤੇ ਝੁਕ ਜਾਣ, ਚਰਨਾਂ ਤੇ ਝੁਕੀਏ ਨਾ ਸੀਸ, ਕਦੇ ਸ਼ਬਦਾਂ ਨਾਲ ਜਾਈਏ। ਅੱਜ ਵੀ ਚਮਕੌਰ ਦੀ ਗਲੀ ਵਿੱਚ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਬਾਬਾ ਜੋਰਾਵਰ ਫਤਿਹ ਸਿੰਘ ਅੱਜ ਵੀ ਸਾਨੂੰ ਨਜ਼ਰ ਆਉਣਗੇ, ਉਹਨਾਂ ਦੀਆਂ ਕੁਰਬਾਨੀਆਂ ਨਜ਼ਰ ਆਉਣਗੀਆਂ। ਮਾਤਾ ਗੁਜਰ ਕੌਰ ਜੀ ਨੂੰ ਜ਼ਾਲਮਾਂ ਨੇ ਠੰਡੇ ਬੁਰਜ ਚੋਂ ਡੇਗ ਕੇ ਸ਼ਹੀਦ ਕੀਤਾ। ਕਈ ਕਹਿਣਗੇ ਜੀ ਸਵਾਸ ਚਾੜੇ। ਧਿਆਨ ਕਰਿਓ, ਜਿਹੜੀ ਮਾਂ ਦੇ ਇਤਿਹਾਸ ਨੂੰ ਕਦੇ ਪੜ੍ਹ ਕੇ ਵੇਖੋ, ਪੜ੍ਹ ਕੇ ਤਾਂ ਤੱਕੋ ਨਾ। ਜੇ ਪਤੀ ਦਾ ਬਗੈਰ ਘਰ ਤੋਂ ਸੀਸ ਪਤਨੀ ਸਾਹਮਣੇ ਆਇਆ, ਉਹਦਾ ਪਤਨੀ ਅਰਦਾਸ ਕਰਦੀ ਪਈ ਸੀ ਵੀ ਗੁਰੂ ਤੇਗ ਬਹਾਦਰ ਪਤੀ ਦੇਵ, ਤੁਹਾਡੀ ਨਿਭ ਗਈ ਜਿੰਨੀ ਗੁਜਰੀ ਦੀ ਰਹਿੰਦੀ ਉਹ ਵੀ ਭਾਣੇ ਚ ਨਿਭ ਜਾਏ। ਜਿਹੜੀ ਆਪਣੇ ਪੋਤਰਿਆਂ ਨੂੰ ਇੰਨਾ ਦ੍ਰਿੜਤਾ ਦਿੰਦੀ ਹੋਵੇ ਪਿਆਰਿਓ, ਉਹ ਚੜ੍ਹਦੀ ਕਲਾ ਵਾਲੀ ਠੰਡੇ ਬੁਰਜ ਚੋਂ ਨੀਹਾਂ ਵਿੱਚ ਚਿੜਦਿਆਂ ਨੂੰ ਵੀ ਵੇਖ ਰਹੀ ਸੀ। ਉਹਨਾਂ ਦੀ ਸ਼ਹੀਦੀ ਵੀ ਉਹਨੇ ਵੇਖੀ। ਤੇ ਸਾਧ ਸੰਗਤ, ਠੰਡੇ ਬੁਰਜ ਚੋਂ ਡੇਗ ਕੇ ਸ਼ਹੀਦ ਕੀਤਾ। ਤੇ ਧੰਨ ਉਹ ਟੋਡਰ ਮਲ ਸੇਠ, ਧੰਨ ਹੈ ਉਹ ਗੁਰੂ ਦਾ ਸਿੱਖ, ਗੁਰੂ ਦਾ ਸ਼ਰਧਾਲੂ, ਜਿਹੜਾ ਸਾਰੀ ਜ਼ਿੰਦਗੀ ਦੀ ਕਮਾਈ ਵਜ਼ੀਰ ਖਾਂ ਸਾਹਮਣੇ ਰੱਖ ਕੇ ਜੋਤੀ ਸਰੂਪ ਵਾਲੀ ਉਹ ਥੋੜੀ ਜਿਹੀ ਥਾਂ ਮੁੱਲ ਲੈ ਕੇ। ਧਿਆਨ ਕਰਿਓ, ਦੁਨੀਆ ਵਿੱਚ ਬੜੀਆਂ ਕੀਮਤੀ ਥਾਵਾਂ ਹੋਣਗੀਆਂ, ਬੜੇ ਅਜੂਬੇ ਹੋਣਗੇ, ਪਰ ਸਿੱਖੀ ਲਈ ਸਭ ਤੋਂ ਵੱਡਾ ਅਜੂਬਾ ਉਹ ਜੋਤੀ ਸਰੂਪ ਵਾਲੀ ਥਾਂ ਹੈ। ਉਹਨੂੰ ਨਮਸਕਾਰ ਕਰਿਓ, ਕਿਉਂਕਿ ਕੱਲੀ ਉਹ ਥਾਂ ਹੀ ਨਹੀਂ, ਉਹ ਥਾਂ ਹੀ ਕੀਮਤੀ ਇੰਨੀ ਹੈ ਕਿ ਉਹਦਾ ਮੁੱਲ ਹੀ ਕੋਈ ਨਹੀਂ। ਉਹ ਥਾਂ ਲਈ ਟੋਡਰਮਲ ਸੇਠ ਨੇ ਤੇ ਉਸ ਥਾਂ ਉੱਤੇ 3 ਕੀਮਤੀ ਸਰੀਰਾਂ ਦੇ ਸੰਸਕਾਰ ਹੋਏ ਨੇ, ਕੀਮਤੀ ਸਰੀਰਾਂ ਜਿਨ੍ਹਾਂ ਦਾ ਕੋਈ ਮੁੱਲ ਨਹੀਂ। ਤੇ ਧਿਆਨ ਕਰਿਓ, ਅੱਜ ਟੋਡਰਮਲ ਸੇਠ ਨੂੰ ਵੀ ਚੇਤੇ ਕਰਿਆ ਕਰੋ, ਐਸੇ ਮਹਾਨ ਪੁਰਖਾਂ ਨੂੰ ਵੀ ਚੇਤੇ ਕਰੋ ਤੇ ਉਹਨਾਂ ਥਾਵਾਂ ਨੂੰ ਵੀ ਚੇਤਾ ਕਰੋ ਵੀ ਧੰਨ ਇਹੋ ਜਿਹੇ ਮਹਾਨ ਗੁਰੂ ਕੇ ਸਿੱਖ
जिन्हां ने एडे महान कार्य कीते ते साध संगत अज सानू भी लोड़ है गुरु के लालां दे नाल जुड़ के जिन्हें 4 पुत साडे लई वारे एडा वारना किसी ने भी नहीं पाउणा। वारना शब्द साडा शब्द नहीं है, अरबी का शब्द है, साडे देश विच भी आया। अज भी आपां वारना करदे अपने धीआं पुत्रां तो धन वालिया की कहंदे हैं जी, वो नजर उहदा अर्थ की हुंदा है भी मेरे धी पुत सामने धन की कोई कीमत नहीं है। वारना शब्द का अर्थ यह होता है ते गुरु गोबिंद सिंह पातशाह वर्गा वारना किसी ने नहीं पाउणा प्यारिओ, किसी ने नहीं पाउणा, ना कोई पा सके ना कोई पाएगा रहिंदी दुनिया तक। इहो जिहा वारना जेड़ा कहंदा पिया सी इन पुत्रन के सीस पर वार दिए सुत चार, ते उहदियां नजरां विच असीं की हैं जी कीमती, ते पुत्रां दीयां लाशां दे उत्तों लंघ गए ते चारे पुत्रां दा संस्कार भी आप नहीं कीता। ध्यान करियो, इन पुत्रन के शीश पर वार दिए सुत चार, चार हुए तो क्या हुआ, कीमत देखो, कहता 4 हुए तो क्या हुआ, 4 हो गए फिर की हो गया, जीवत कई हजार। जदों नूरा माही दसदे सारी गल किवें शहीदी दित्ती, गुरु गोबिंद सिंह पातशाह रायपुर की धरती ते कहते ने बच्चों के कत्ल होने की जो मिली खबर, शुक्रिया अकाल पुरख का किया सर उठा, बच्चे पे कर कृपा की नजर, तेरी अमानत मुझ पर से अदा हुई, बच्चों की जान धर्म पे फिदा हुई। प्यारियों, आज ऐसियां शहीदियां नूं याद करके ना अपने अंदर इहो जिहा सिद्धांत लेके जाइए, ऐसे गुरु तो बलिहार जाइए। उन्हें शहीदियां दित्तियां साहिबजादियां, पर प्यारिओ शहीदियां दे के अपना सिर नहीं डुलाया। ते किवें वो शब्द बनिया ना, फिर असी सारे पढ़ लईए, सिर जावे तां जावे मेरा सिक्खी सिदक ना जावे, सिर जावे तां जावे मेरा सिक्खी सिदक ना जावे, सिर जावे तां जावे मेरा सिक्खी सिदक ना जावे, सिर जावे तां जावे मेरा सिक्खी सिदक ना जावे। ऐसे गुरु तो भी बलिहार जाए जिहदे पुत्तां ने एडियां कुर्बानियां दित्तियां, ते कुर्बानी कहंदी है ऐसे गुर को बल बल जाइए, ऐसे गुर को बल बल जाइए, ऐसे गुर को बल बल जाइए, ऐसे गुर को बल बल जाइए। आप मुक्त मोहि तारे, आप मुक्त मोहि तारे, आप मुक्त मोहि तारे, आप मुक्त मोहि तारे, ऐसे गुर को बल बल जाइए, ऐसे गुर को बल बल जाइए, ऐसे गुर को बल बल जाइए, ऐसे गुर को बल बल जाइए। भाई ऐसे गुरु तो बलिहार जाए, ऐसे गुरु के पुत्रां तो बलिहार जाए। ते आखिर विच मैं बेनती करा कि प्यारिओ, मैं जिथे भी कथा कीती ये बेनती कीती कि जिन्हां रतियां रूहां ने इहो जे कारज कीते ना, जिथे उन्हां नूं चेते करने सिੱਖਿਆ लेनी आपां भी अपने बच्चियां नूं बचपन विच ही जोड़ दईए, इन्ना क जोड़ दईए कि वो टुटण ना। क्यों किवें होएगा जी, साध संगत बचपन विच ना मेरियां मातावां भैणां नूं बथेरे पता होना है भी आपां टीकाकरण करवाउंदे 2 साल ना लगातार कार्ड बनदा है जी, ते आपां वैक्सीनेशन या डोज सारी समय सिर पिलाउंदे हैं बच्चियां। ते डॉक्टर कोल एक मां कहन लगी, डॉक्टर साहब भी बच्चा छोटा है, जदों 15-16 का होएगा ते उदों ये 2 साल का कोर्स उदों करा लवांगे। डॉक्टर पढ़िया लिखिया सी, वो कहने लगे मैं पढ़ाई कीती है भी जे आ उम्र विच टीका ना लगिया
ਤੇ 15-16 ਦਿਨ ਕੋਈ ਬਿਮਾਰੀ ਲੱਗ ਗਈ, ਉਦੋਂ ਟੀਕੇ ਨੇ ਅਸਰ ਨਹੀਂ ਕਰਨਾ। ਇਹ ਵੀ ਸਮਾਂ ਹੁੰਦਾ ਹੈ ਨਾ। ਤੇ ਪਿਆਰਿਓ, ਆ ਜਿਹੜੇ ਗੁਰੂ ਕੋਲ ਵੀ ਟੀਕੇ ਲੱਗਦੇ ਨੇ, ਉਹ ਲਵਾਇਆ ਕਰੋ। ਬਚਪਨ ਵਿੱਚ ਹੀ ਅੰਮ੍ਰਿਤ ਵੇਲੇ ਦਾ ਟੀਕਾ, ਅੰਮ੍ਰਿਤ ਬਾਣੀ ਦਾ ਟੀਕਾ, ਸੰਗਤ ਦਾ ਟੀਕਾ, ਕੀਰਤਨ ਦਾ ਟੀਕਾ ਔਰ ਸਾਧ ਸੰਗਤ ਚੰਗੇ ਗੁਣਾਂ ਦਾ ਟੀਕਾ ਇਹ ਗੁਰੂ ਕੋਲ ਲੱਗਦੇ ਬਚਪਨ 'ਚ ਹੀ। ਇਹ ਬਚਪਨ ਵਿੱਚ ਹੀ ਇਹਨਾਂ ਦੇ ਲਾ ਦਿਓ ਤੇ ਫਿਰ ਕੀ ਹੋਏਗਾ? ਜਦੋਂ ਜਵਾਨੀ ਆਉਣੀ ਨਾ, ਉਦੋਂ ਨਸ਼ਿਆਂ ਦੀ ਬਿਮਾਰੀ ਤੋਂ, ਪਤਿਤਪੁਣੇ ਦੀ ਬਿਮਾਰੀ ਤੋਂ, ਭੈੜੀ ਸੰਗਤ ਦੀ ਬਿਮਾਰੀ ਤੋਂ ਬਚ ਜਾਣਗੇ। ਅੱਜ ਰੌਲਾ ਬਹੁਤ ਪੈਂਦਾ ਨਾ ਵੀ ਨੌਜਵਾਨੀ ਨਸ਼ਿਆਂ 'ਚ ਚਲੇ ਗਈ। ਬਚਪਨ ਹੀ ਸੰਭਾਲਿਆ ਸੀ, ਬਚਪਨ ਹੀ ਸੰਭਾਲਿਆ। ਬਚਪਨ ਸੰਭਾਲ ਲਓ। ਕੱਲੀ ਪੜ੍ਹਾਈ ਜ਼ਰੂਰੀ ਨਹੀਂ, ਨਾਲ ਇਹਨਾਂ ਨੂੰ ਧਰਮ ਦੀ ਸਿੱਖਿਆ ਦੇਣੀ ਵੀ ਬੜੀ ਜ਼ਰੂਰੀ ਹੈ। ਪੜ੍ਹਾਈ ਲਈ ਤਾਂ ਅਸੀਂ ਬੜਾ ਉਪਰਾਲਾ ਕਰਦੇ ਹਾਂ, ਆਪ ਭੁੱਖੇ ਰਹਿੰਦੇ ਹਾਂ। ਬੱਚਾ ਸਾਡਾ ਵਧੀਆ ਸਕੂਲ ਵਿੱਚ ਪੜ੍ਹੇ, ਵਧੀਆ ਡਰੈਸ ਹੋਵੇ, ਸਾਰਾ ਇੰਤਜ਼ਾਮ ਕਰਦੇ ਹਾਂ। ਇੰਨਾ ਕੁ ਇੰਤਜ਼ਾਮ ਗੁਰੂ ਨਾਲ ਜੋੜਨ ਦਾ ਵੀ ਕਰ ਲਓ, ਕਿਉਂਕਿ ਜੇ ਜੋੜੀ ਰੱਖੋਗੇ ਨਾ, ਇਹਦੇ ਵਿੱਚ ਸਾਡੇ ਧੀਆਂ ਪੁੱਤਰਾਂ ਦਾ ਵੀ ਫਾਇਦਾ ਹੈ ਤੇ ਉਦੋਂ ਵੱਧ ਸਾਡਾ ਵੀ ਫਾਇਦਾ ਹੈ। ਅੱਜ ਕਈ ਬਜ਼ੁਰਗ ਮਿਲਣਗੇ, ਜੀ ਸਾਡਾ ਬੱਚਾ ਸੇਵਾ ਨਹੀਂ ਕਰਦਾ। ਮੈਂ ਕਿਹਾ ਸੱਜਣਾ, ਜੇ ਬਾਣੀ ਪੜ੍ਹੀ ਹੁੰਦੀ ਨਾ, ਬਾਣੀ ਕਹਿੰਦੀ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬੜੀਰੇ ਤੁਮ ਹੋ 300 ਝਗੜਤ ਪਾਪ। ਜੇ ਬਾਣੀ ਪੜ੍ਹੀ ਹੁੰਦੀ, ਕਦੇ ਉਲਟ ਪਾਸੇ ਚੱਲਦਾ ਹੀ ਨਾ, ਚੱਲ ਜਾਂਦਾ ਸਹੀ ਰਾਹ ਤੇ। ਧਿਆਨ ਕਰਿਓ, ਅਸੀਂ ਜੁੜ ਜਾਈਏ। ਗੁਰੂ ਨੇ ਤਾਂ ਬੜਾ ਕੁਝ ਦਿੱਤਾ ਸਾਨੂੰ, ਕਿਤੇ ਅੰਦਰੋਂ ਜੁੜ ਕੇ ਹਿਰਦੇ ਨੂੰ ਜੋੜ ਲਈਏ ਨਾ, ਤੇ ਅੱਜ ਜੀਵਨ ਸੋਹਣਾ ਬਣ ਸਕਦਾ ਹੈ। ਅੱਜ ਜੀਵਨ ਚੜ੍ਹਦੀ ਕਲਾ ਬਣ ਸਕਦਾ ਹੈ। ਅੱਜ ਆ ਜਿਹੜੇ ਛੋਟੇ ਛੋਟੇ ਬੱਚੇ ਦਸਤਾਰਾਂ ਸਜਾ ਕੇ ਬੈਠੇ ਨੇ, ਕੀਰਤਨ ਵੀ ਕਰਦੇ ਨੇ, ਸੋਹਿਲਾ ਸਾਹਿਬ ਵੀ ਕਰਦੇ ਨੇ, ਕੋਈ ਵਧਾਈ ਦੇਣਾ। ਪਿਆਰਿਓ, ਪ੍ਰਬੰਧਕਾਂ ਦੀ ਜ਼ਿੰਮੇਵਾਰੀ ਨਹੀਂ, ਸਾਡੀ ਜ਼ਿੰਮੇਵਾਰੀ ਹੈ। ਇਹਨਾਂ ਨੂੰ ਪੜ੍ਹਾਉਣਾ, ਇਹਨਾਂ ਨੂੰ ਲਾਉਣਾ ਸਾਡੀ ਜ਼ਿੰਮੇਵਾਰੀ। ਤੇ ਜਦੋਂ ਲੱਗ ਗਏ ਨਾ, ਤੇ ਫਿਰ ਧਿਆਨ ਕਰਿਓ, ਬਾਬਾ ਜੋਰਾਵਰ ਫਤਿਹ ਸਿੰਘ ਦੀ ਤਰ੍ਹਾਂ ਫਿਰ ਕੋਈ ਝੁਕਾਉਣ ਵਾਲਾ ਵੀ ਜਿੱਡਾ ਮਰਜ਼ੀ ਤਕੜਾ ਆ ਜਾਏ, ਇਹਨਾਂ ਨੂੰ ਝੁਕਾ ਹੀ ਨਹੀਂ ਸਕੇਗਾ। ਜੇ ਕੋਈ ਜੋੜ ਗਿਆ ਨਾ, ਫਿਰ ਇਹ ਟੁੱਟਣਗੇ ਨਹੀਂ। ਅੱਜ ਤਾਂ ਸਾਨੂੰ ਡਰ ਰਹਿੰਦੇ ਵੀ ਟੁੱਟ ਨਾ ਜਾਣ। ਜੇ ਸੰਗਤ ਚੰਗੀ ਮਿਲੀ ਨਾ, ਜਿੱਡਾ ਮਰਜ਼ੀ ਭਾਰੀ ਤੂਫਾਨ, ਜਿੱਡਾ ਮਰਜ਼ੀ ਭਾਰੀ ਤਕੜਾ ਤੋੜਨ ਵਾਲਾ ਆ ਜਾਏ, ਟੁੱਟਣਗੇ ਨਹੀਂ ਜੇ ਜੁੜ ਗਏ। ਮੇਰੇ ਗੁਰੂ ਦੀ ਕਿਰਪਾ ਹੋਵੇ, ਆਪਾਂ ਸਾਰੇ ਇਸੇ ਤਰ੍ਹਾਂ ਜੁੜੀਏ, ਬਾਣੀ ਤੇ ਬਾਣੀ ਦੇ ਧਾਰਨੀ ਬਣੀਏ ਜੀ। ਕੋਟਨ ਕੋਟ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਮੁਬਾਰਕ ਹਜ਼ੂਰੀ ਵਿੱਚ ਬੈਠ ਆਪ ਜੀ ਨਾਲ 2 ਦਿਨ ਗੁਰਬਾਣੀ ਤੇ ਇਤਿਹਾਸ ਦੀ ਵਿਚਾਰ ਸਾਂਝ ਪਾਈ ਹੈ। ਤੇ ਧੰਨਵਾਦ ਹੈ ਆਪ ਸਮੂਹ ਸੰਗਤਾਂ ਦਾ, ਜਿਨ੍ਹਾਂ ਨੇ ਦਾਸ ਦੀ ਬੇਨਤੀ ਮੰਨ ਕੇ ਅੱਜ ਭਰਪੂਰ ਹਾਜ਼ਰੀ ਭਰੀ ਸੰਗਤ ਵਿੱਚ। ਤੇ ਸਾਧ ਸੰਗਤ ਇੱਥੋਂ ਦੇ ਪ੍ਰਬੰਧਕਾਂ ਦਾ ਧੰਨਵਾਦ। ਤੇ ਧੰਨਵਾਦ ਹੈ ਪ੍ਰੀਤ ਟੀਵੀ ਕੁਰਾਲੀ ਵਾਲਿਆਂ ਦਾ, ਕਿਉਂਕਿ ਮੈਨੂੰ ਫੋਨ ਆਇਆ ਸੀ ਕਿ ਅਸੀਂ ਟੀਵੀ ਤੇ ਲਾਈਵ ਕਰਾਂਗੇ। ਤੋ ਸਾਧ ਸੰਗਤ ਧੰਨਵਾਦ ਇਹਨਾਂ ਦਾ ਵੀ ਇਹ ਪਹੁੰਚੇ ਨੇ। ਤੇ ਇਹਨਾਂ ਨੇ ਜਿਹੜੀ ਕਥਾ ਮੈਂ ਕੱਲੀ ਨਗਰ ਨੂੰ ਸੁਣਾਉਣੀ ਸੀ, ਹੋਰ ਨੂੰ ਵੀ ਸੁਣਾ ਦੇਣਗੇ। ਸਤਿਗੁਰੂ ਕਿਰਪਾ ਕਰਨ, ਚੜ੍ਹਦੀ ਕਲਾ ਸਭਨਾਂ ਨੂੰ ਬਖਸ਼ਣ। ਇਸੇ ਤਰ੍ਹਾਂ ਆਪਾਂ ਬਾਣੀ ਦੇ ਨਾਲ ਜੁੜੀਏ। ਗੁਰੂ ਘਰ ਬੜਾ ਵਧੀਆ ਹੈ। ਤੇ ਸਾਧ ਸੰਗਤ, ਮੈਨੂੰ ਗਿਆਨੀ ਜੀ ਦੀ ਇੱਕ ਗੱਲ ਚੇਤੇ ਆ ਜਾਂਦੀ ਹੈ ਵੀ ਪਹਿਲਾਂ ਪੁਰਾਤਨ ਸਿੱਖ ਗੁਰਦੁਆਰੇ ਕੱਚੇ ਸੀ, ਪਰ ਸਿੱਖ ਬੜੇ ਪੱਕੇ ਸੀ। ਤੇ ਅੱਜ ਗੁਰਦੁਆਰੇ ਪੱਕੇ ਨੇ, ਸਿੱਖ ਕੱਚੇ ਹੁੰਦੇ ਜਾਂਦੇ ਨੇ। ਅਸੀਂ ਪੱਕੇ ਹੋਈਏ। ਜਿਵੇਂ ਗੁਰਦੁਆਰਾ ਪੱਕਾ ਹੈ ਨਾ, ਉਵੇਂ ਸਿੱਖ ਵੀ ਪੱਕੇ ਹੋਈਏ ਵੀ ਸੱਚੇ ਪਾਤਸ਼ਾਹ, ਅਸੀਂ ਤੇਰੇ ਨਾਲ ਜੁੜਨਾ ਹੈ, ਅਸੀਂ ਭਟਕਣਾ ਨਹੀਂ। ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਤੇ। ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ। ਤੇ ਐਸੇ ਗੁਰੂ ਨਾਲ ਜੁੜੀਏ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਨੂੰ ਸੰਗਤ ਬਖਸ਼ਣ ਯੋਗ ਹੈ। ਬਖਸ਼ਦੇ ਹੋ ਦਿਓ ਅਸੀਸ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।